Like the video, subscribe to the channel and press the bell icon for latest video updates. ਦੋਸਤੋ ਇਮਾਨਦਾਰੀ ਇੱਕ ਬਹੁਤ ਵੱਡਾ ਆਸਪੈਕਟ ਹੈਗਾ ਪਰਸਨੈਲਿਟੀ ਦਾ। ਪਿੱਛੇ ਜੇ ਇੱਕ ਤੁਹਾਨੂੰ ਆਈਟੀਬੀਪੀ ਦੀ ਲੇਡੀ ਕਮਾਂਡੈਂਟ ਸੀ, ਉਹਦੀ ਇਮਾਨਦਾਰੀ ਕਰਕੇ ਉਹਦੇ ਸੀਨੀਅਰਸ ਵੱਲੋਂ ਉਹਨਾਂ ਨੂੰ ਹਰਾਸ ਕੀਤਾ ਗਿਆ ਸੀ ਤੇ ਜਿਹਦੀ ਉਹਦੇ ਪਰਵਾਹ ਨਾ ਕਰਦੇ ਨੌਕਰੀ ਤੋਂ ਰਿਜ਼ਾਈਨ ਦੇ ਦਿੱਤਾ ਸੀ। ਉਸ ਵੀਡੀਓ ਨੂੰ ਬਹੁਤ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਸੀ। ਹੁਣ ਅਸੀਂ ਇੱਕ ਅਜਿਹੇ ਸੀਨੀਅਰ ਅਫਸਰ ਨਾਲ ਸਾਡੀ ਮੁਲਾਕਾਤ ਕਰਾਵਾਂਗੇ ਜੋ ਇਮਾਨਦਾਰੀ ਵਿੱਚ ਇੱਕ ਮਿਸਾਲ ਹੈਗੇ ਆ। ਬਹੁਤ ਅੱਛੀ ਇੱਕ ਪੋਜੀਸ਼ਨ ਤੇ ਹੁੰਦੇ ਜੇ ਇਹਦੀ ਇੰਟੈਗ੍ਰਿਟੀ ਥੋੜੀ ਜਿਹੀ ਵੀ ਖਰਾਬ ਕਰ ਲਓ ਤਾਂ ਲੱਖਾਂ ਕਰੋੜਾਂ ਰੁਪਏ ਕਮਾ ਸਕਦੇ, ਲੇਕਿਨ ਉਹਨਾਂ ਨੇ ਪੂਰੀ ਇਮਾਨਦਾਰੀ ਰੱਖੀ। ਪਰ ਉਹ ਇਮਾਨਦਾਰੀ ਦੇ ਬਦਲੇ ਕੀ ਆ, ਉਹਨਾਂ ਦੇ ਸੀਨੀਅਰਸ ਨੂੰ ਵੀ ਇਹਨਾਂ ਦੀ ਜਿਹੜੀ ਇਮਾਨਦਾਰੀ ਕਰਕੇ ਇਹਨਾਂ ਨੂੰ ਪਰੇਸ਼ਾਨ ਤੰਗ ਕੀਤਾ ਜਾ ਰਿਹਾ ਹੈਗਾ, ਪਰ ਇਹ ਡਟੇ ਰਹੇ ਹੈਗੇ ਆ। ਇਹ ਮੇਰੇ ਨਾਲ ਜੁੜੇ ਨੇ ਆਨਲਾਈਨ ਅਪਿੰਦਰ ਸਿੰਘ ਜੀ, ਜੋ ਕਿ ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਡਿਪਟੀ ਡਾਇਰੈਕਟਰ ਪਹਿਲਾਂ ਜਲੰਧਰ ਸੀਗੇ ਤੇ ਇਸ ਵੇਲੇ ਦਿੱਲੀ ਵਿਖੇ ਤਾਇਨਾਤ ਹੈਗੇ ਆ। ਅਪਿੰਦਰ ਜੀ, ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ। ਤੁਸੀਂ ਬਹੁਤ ਵੱਡੀਆਂ ਸਕੀਮਾਂ ਜਿਹੜੀਆਂ ਗੌਰਮੈਂਟ ਆਫ ਇੰਡੀਆ ਦੀਆਂ ਵੱਡੇ ਇੰਡਸਟਰੀਅਲਿਸਟ ਨੂੰ ਦੱਸਦੇ ਹੋ, ਬਾਹਰ ਟ੍ਰੇਡ ਮੇਲੇ ਵੀ ਲਗਾਉਂਦੇ ਹੋ, ਪੂਰਾ ਇੰਡਸਟਰੀ ਦੀ ਪ੍ਰਮੋਸ਼ਨ ਕਰਦੇ ਹੋ। ਤੇ ਇਹ ਜਦੋਂ ਤੁਸੀਂ ਆਪਣਾ ਇਮਾਨਦਾਰ ਇੱਕ ਫੈਮਿਲੀ ਨਾਲ ਬਿਲੋਂਗ ਕਰਦੇ ਹੋ, ਇਹ ਕਿਵੇਂ ਪ੍ਰੋਸੈਸ ਸ਼ੁਰੂ ਹੋਇਆ ਜਿਹੜਾ ਤੁਹਾਨੂੰ ਤੰਗ ਕਰਨ ਦਾ, ਜਾਂ ਕੀ ਕਾਰਵਾਈ ਹੋਈ? ਥੋੜਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਇਸ ਸੰਬੰਧ ਵਿੱਚ। ਪਹਿਲਾਂ ਤਾਂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਚਾਂਸ ਦਿੱਤਾ ਇੱਕ ਆਪਣਾ ਇੱਕ ਪੱਖ ਰੱਖਣ ਦਾ। ਪਹਿਲੀ ਗੱਲ ਤਾਂ ਇਹ ਹੈ ਕਿ ਕਿਉਂਕਿ ਮੈਂ ਇੱਕ ਫਰੀਡਮ ਫਾਈਟਰ ਜਿਹੜੇ ਹੈਗੀ ਆ ਫੈਮਿਲੀ, ਮੇਰੇ ਗ੍ਰੈਂਡਫਾਦਰ ਸਰਦਾਰ ਬਿਸ਼ਨ ਸਿੰਘ ਹਿੰਦੀ ਸੱਦਾ ਸਿੰਘ ਵਾਲੇ ਤੋਂ ਸੀਗੇ, ਮੋਗੇ ਦੇ ਨਾਲ ਪਿੰਡ ਹੈਗਾ। ਅੱਛਾ ਜੀ। ਉਹ ਗਦਰ ਲਹਿਰ ਦੇ ਨਾਲ ਜੁੜੇ ਹੋਏ ਸੀ ਤੇ ਇੱਕ ਆਪਣਾ ਗਦਰ ਲਹਿਰ ਨਿਊਜ਼ ਪੇਪਰ ਆਉਂਦਾ ਸੀ, ਤੁਹਾਨੂੰ ਯਾਦ ਹੋਏਗਾ। ਹਾਂਜੀ। ਉਹਦੇ ਵੀ ਉਹ ਕੁਛ ਦੇਰ ਉਹਨਾਂ ਨੇ ਐਡੀਟਿੰਗ ਵਗੈਰਾ ਕੀਤੀ ਹੈਗੀ ਹੈ 2014 ਦੇ ਵਿੱਚ। ਹਾਂਜੀ। ਤੇ ਉਸ ਤੋਂ ਬਾਅਦ ਜਦੋਂ ਫਾਦਰ ਪ੍ਰਿੰਸੀਪਲ ਬਣੇ ਕਾਲਜ ਦੇ, ਉਸ ਤੋਂ ਬਾਅਦ ਫਿਰ ਜਦੋਂ ਫਾਦਰ ਵੀ ਚਲੇ ਗਏ ਤਾਂ ਜਿਹੜਾ ਨੈਕਸਟ ਜਿੱਬਾ ਸੀਗਾ, ਉਹ ਕਹਿੰਦੇ ਹੁੰਦੇ ਆ ਕਿ ਜਿਹੜਾ ਖੂਨ 'ਚ ਹੀ ਹੁੰਦਾ ਸਾਰਾ ਇਹ ਤੁਹਾਡਾ, ਇੱਕ ਕਿ ਤੁਸੀਂ ਇੱਕ ਇਮਾਨਦਾਰੀ ਦੀ ਜ਼ਿੰਦਗੀ ਜਿਉਣੀ ਹੈ ਤਾਂ ਫਿਰ ਤੁਹਾਨੂੰ ਉਹ ਵਿਰਸੇ 'ਚ ਹੀ ਮਿਲਦੀ ਹੈ ਪਿੱਛੋਂ, ਉਹ ਤੁਹਾਡੇ ਖੂਨ 'ਚ ਹੁੰਦੀ ਹੈ। ਬਾਕੀ ਜਿਹੜਾ ਬੇਈਮਾਨ ਬਣਨਾ ਜਾਂ ਕੋਈ ਤੁਹਾਨੂੰ ਸਿਚੁਏਸ਼ਨ ਜਾਂ ਕੋਈ ਹਾਲਾਤ ਜਾਂ ਤੁਹਾਡੀ ਆਪਣੀ ਕੋਈ ਇਸ ਤਰ੍ਹਾਂ ਦੀਆਂ ਇੱਛਾਵਾਂ ਹੋ ਜਾਂਦੀਆਂ ਹੈਗੀਆਂ। ਹਾਂਜੀ, ਰੱਬ ਦੀ ਮਿਹਰ ਰਹੀ ਕਿ ਮੈਨੂੰ ਉਹ ਮੌਕਾ ਨਹੀਂ ਮਿਲਿਆ ਬੇਈਮਾਨ ਬਣਨ ਦਾ, ਤੇ ਨਾ ਹੀ ਮਿਲੇ। ਐਕਚੁਅਲੀ ਜਦੋਂ ਮੈਂ ਇਹ EPC ਦਾ ਆਫਿਸ ਜੁਆਇਨ ਕੀਤਾ ਹੈਗਾ 1 ਜੁਲਾਈ 1996 ਤੋਂ, ਤਾਂ ਮੇਰੀ ਕੋਸ਼ਿਸ਼ ਇਹੀ ਰਹੀ ਕਿ ਇੱਕ ਜਿਹੜੀ ਪਰਫੈਕਟ, ਚਾਹੇ ਕਿ ਸਰਕਾਰੀ ਅਦਾਰਾ ਸੀ, ਪਰ ਫਿਰ ਵੀ ਮੈਂ ਇੱਕ ਪ੍ਰਾਈਵੇਟ ਆਰਗੇਨਾਈਜੇਸ਼ਨ ਦੀ ਤਰ੍ਹਾਂ ਲੋਕਾਂ ਨੂੰ ਜਿੱਦਾਂ ਕੋਈ ਉਹਨਾਂ ਦੇ ਬੈਨੀਫਿਟਸ ਹੈਗੇ ਹੈ, ਕੋਈ ਉਹਨਾਂ ਦੀਆਂ ਸਕੀਮਾਂ ਹੈਗੀਆਂ ਜਾਂ ਕੁਛ ਵੀ ਹੈ, ਤਾਂ ਮੈਂ ਉਹ ਕੋਸ਼ਿਸ਼ ਕੀਤੀ ਹਾਂਜੀ ਉਹ ਸਾਰੀਆਂ ਉਹਨਾਂ ਨੂੰ ਸ਼ੇਅਰ ਕੀਤੀਆਂ, ਬਕਾਇਦਾ ਉਹਨਾਂ ਨੂੰ ਬੁਲਾ ਕੇ ਆਪਣੇ ਆਫਿਸ ਦੇ ਵਿੱਚ। ਸਭ ਤੋਂ ਜ਼ਿਆਦਾ ਜਿਹੜੀ ਕਿ ਪ੍ਰਮੋਸ਼ਨਲ ਵਰਕ ਅਸੀਂ ਉਹ ਆਪਣਾ ਪੰਜਾਬ ਦੇ ਵਿੱਚ ਇੱਥੋਂ ਕੀਤਾ ਐਕਸਪੋਰਟਰਸ ਦੇ ਵਾਸਤੇ। ਉਸ ਵੇਲੇ ਤਕਰੀਬਨ ਜਿਹੜੇ ਸਾਡੇ, ਜਦੋਂ ਮੈਂ ਜੁਆਇਨ ਕੀਤਾ ਸੀਗਾ ਤਾਂ 600 ਮੈਂਬਰ ਹੁੰਦੇ ਸੀ, ਉਸ ਤੋਂ ਵਧਾ ਕੇ ਫਿਰ ਅਸੀਂ ਅੱਜ ਦੀ ਡੇਟ ਦੇ ਵਿੱਚ ਉਹ 1200-1300 ਮੈਂਬਰ ਹੋ ਗਏ ਨੇ ਪੰਜਾਬ ਦੇ। ਤਾਂ ਹਾਂਜੀ, ਐਕਸਪੋਰਟਰ ਸਿਰਫ ਜਿਹੜੇ, ਹਾਂਜੀ ਉਹ ਵੀ ਇੰਜੀਨੀਅਰਿੰਗ ਗੁੱਡਸ ਦੇ ਐਕਸਪੋਰਟਰ ਜਿਹੜੇ ਹੈਗੇ ਨੇ। ਤਾਂ ਉਸ ਤੋਂ ਬਾਅਦ ਇਹ ਇੱਕ ਜਜ਼ਬਾ ਸੀਗਾ ਮਨ ਦੇ ਵਿੱਚ ਕਿ ਵੀ ਆਪਾਂ ਜਿਹੜੇ ਕਿਸੇ ਨੂੰ, ਕਿਉਂਕਿ ਮੈਂ ਸੋਚਦਾ ਹੁੰਦਾ ਕਿ ਜਿਹੜੇ 8 ਘੰਟੇ ਤੁਹਾਨੂੰ ਆਫਿਸ ਦੇ ਹੁੰਦੇ ਆ ਤੁਹਾਡੇ, ਉਹ ਤੁਸੀਂ ਜਸਟੀਫਾਈ ਕਰਨੇ ਆ ਕਿ ਜਿਹੜੇ ਮੈਂ ਇਸ ਪੈਸੇ ਲੈ ਰਿਹਾ 8 ਘੰਟਿਆਂ ਦੇ, ਤਾਂ ਮੈਂ ਉਹ ਕਿਸ ਤਰ੍ਹਾਂ ਜਸਟੀਫਾਈ ਕਰਨੇ ਆ। ਮੈਂ ਉਹ ਸੌਂ ਕੇ ਜਸਟੀਫਾਈ ਕਰਨੇ ਆ, ਆਰਾਮ ਦੀ ਜ਼ਿੰਦਗੀ AC ਚਲਾ ਕੇ ਕਰਨੇ ਆ, ਜਾਂ ਆਪਣੇ ਆਪ ਨੂੰ ਐਗਜ਼ਰਟ ਕਰਕੇ ਹੋਰ ਕੁਛ ਲਰਨਿੰਗ। ਮੇਰੀ ਆਦਤ ਵੀ ਥੋੜ੍ਹੀ ਜਿਹੀ ਹੈਗੀ ਹੈ ਕਿ ਮੈਂ ਸਿੱਖਦਾ ਰਹਿਣਾ, ਕੁਛ ਨਾ ਕੁਛ ਨਵੀਆਂ ਚੀਜ਼ਾਂ ਵੱਲ ਹੱਥ ਮਾਰਦਾ ਰਹਿੰਦਾ ਹੈਗਾ, ਜਿਹੜੀ ਕਿ ਤੁਹਾਨੂੰ ਕਿਤੇ ਨਾ ਕਿਤੇ ਕਰਦੀ ਹੈ, ਤੁਹਾਡੀ ਨੌਲੇਜ ਵਧਾਉਣ ਦੇ ਵਿੱਚ ਤੁਹਾਨੂੰ ਹੈਲਪ ਕਰਦੀ ਚੀਜ਼। ਤਾਂ ਉਹ ਜਿਹੜਾ 23 ਸਾਲ ਦਾ ਮੈਂ ਵਕਫਾ ਸੀਗਾ ਜੀ ਇੱਥੇ ਜਲੰਧਰ 'ਚ ਆਪਣੇ ਸਾਡੇ ਫੋਕਲ ਪੁਆਇੰਟ ਆਫਿਸ EPC ਦੇ 'ਚ ਗੁਜ਼ਾਰਿਆ। ਉਹਦੇ ਵਿੱਚ ਬਹੁਤ ਵੱਡੇ, ਬਹੁਤ ਛੋਟੇ, ਔਰ ਬਿਲਕੁਲ ਜਿਹੜੇ ਕਿ ਸ਼ੁਰੂ ਕਰਨ ਵਾਲੇ ਐਕਸਪੋਰਟਰ ਜਾਂ ਐਂਟਰਪ੍ਰੇਨਿਓਰ ਵੀ ਮੇਰੇ ਨਾਲ ਉਹਨਾਂ ਦਾ ਵਾਹ ਪਿਆ।
ਤੇ ਹੂੰ ਪਰ ਉੱਥੇ ਮਨ 'ਚ ਸਿਰਫ ਇੱਕੋ ਹੀ ਚੀਜ਼ ਹੁੰਦੀ ਸੀ ਕਿ ਜੇ ਕਿਸੇ ਦਾ ਕੋਈ ਕੰਮ ਹੋ ਸਕਦਾ ਹੈ, ਕਰ ਦਿਓ, ਨਾ ਕਰੋ ਹਾਂਜੀ ਕਿਸੇ ਨੂੰ। ਹਾਂਜੀ ਅ, ਹਾਂਜੀ ਉਹ ਚੀਜ਼ ਸਾਰੇ ਬੰਦਿਆਂ ਨੂੰ ਸ਼ਾਇਦ ਹਜ਼ਮ ਨਹੀਂ ਹੁੰਦੀ ਹੈ, ਕਿਉਂਕਿ ਕਈ ਹਾਂ ਬੰਦਿਆਂ ਦਾ ਰੁਜ਼ਗਾਰ ਹੀ ਇਹਨਾਂ ਚੀਜ਼ਾਂ 'ਤੇ ਟਿਕਿਆ ਹੁੰਦਾ ਕਿ ਤੁਸੀਂ ਇਨਫੋਰਮੇਸ਼ਨ ਨੂੰ ਲੁਕੋ ਕੇ ਰੱਖੋ, ਫਿਰ ਤੁਸੀਂ ਉਹ ਕਿਸੇ ਕੰਸੀਡਰੇਸ਼ਨ ਦੇ ਵਾਸਤੇ ਉਹਨਾਂ ਨੂੰ ਦਿਓ ਇਨਫੋਰਮੇਸ਼ਨ, ਅਦਰਵਾਈਜ਼ ਦੇ ਉਹਦੇ ਤੋਂ ਫਿਰ ਕੋਈ ਫੇਵਰ ਲਵੋ ਜਾਂ ਪੈਸਾ ਹਾਂਜੀ ਵੈਸਾ ਹਾਂਜੀ ਲਵੋ। ਹਾਂਜੀ ਹਾਂਜੀ ਉਹ ਚੀਜ਼ ਮਨ 'ਚ ਹੂੰ, ਨਹੀਂ ਸੀਗੀ, ਕਿਤੇ ਵੀ ਨਹੀਂ ਆਈ। ਤੇ ਇਸ ਹਾਂਜੀ ਕਰਕੇ ਹੀ ਉਹ 23 ਸਾਲ ਦਾ ਲੰਬਾ ਵਕਫਾ ਮੈਂ ਸਿਰਫ ਜਲੰਧਰ 'ਚ ਹੀ ਗੁਜ਼ਾਰਿਆ, ਔਰ ਇੱਥੇ ਦੇ ਹਾਂਜੀ ਤਕਰੀਬਨ 3 ਪੀੜ੍ਹੀਆਂ ਜਿਹੜੀਆਂ ਐਕਸਪੋਰਟਰ ਦੀਆਂ ਹੈਗੀਆਂ ਉਹਨਾਂ ਨਾਲ ਮੇਰਾ ਵਾਹ ਪਿਆ। ਹਾਂਜੀ ਉਸ ਤੋਂ ਬਾਅਦ ਫਿਰ ਮੈਨੂੰ ਹੁਣ ਦਿੱਲੀ ਟ੍ਰਾਂਸਫਰ ਕੀਤਾ ਗਿਆ। ਉਹਦਾ ਇੱਕ ਕਾਰਨ ਇਹ ਸੀ ਕਿ 2016 ਦੇ ਵਿੱਚ ਮੈਂ ਇੱਕ ਬੈਠੇ ਕਿਉਂਕਿ ਕਾਫੀ ਕੁਛ ਮੈਨੂੰ ਨਾ ਆਪਣੀ ਇਨਫੋਰਮੇਸ਼ਨ ਮਿਲਦੀ ਰਹਿੰਦੀ ਸੀ ਕਿ ਕਈ ਜਿਹੜੇ ਫੰਡਸ ਹੈਗੇ ਆ ਗੌਰਮੈਂਟ ਦੇ ਆਉਂਦੇ ਹੈਗੇ ਆ, ਉਹ ਪ੍ਰੋਪਰਲੀ ਯੂਜ਼ ਨਹੀਂ ਹੁੰਦੇ ਹੈ, ਕਿਤੇ ਨਾ ਕਿਤੇ ਉਹ ਇਸ ਤਰ੍ਹਾਂ ਦੇ ਐਸਟਸ ਬਣ ਰਹੇ ਉਹਨਾਂ ਦੇ ਲੀਕੇਜ ਹੁੰਦੀ ਹੈ, ਮਤਲਬ ਇੱਧਰ ਹਾਂਜੀ, ਉਧਰ ਲੀਕ ਜਿਹਦੇ ਆਊਟ ਨਾਲ ਕਿ ਹੁੰਦੇ ਆ। ਪ੍ਰਮੋਸ਼ਨਲ ਵਰਕ ਨਹੀਂ ਹੋ ਰਿਹਾ। ਉਹ ਮੈਨੂੰ ਕੁਛ ਆਪਣੇ ਹਾਂਜੀ ਤੌਰ ਤੇ ਲੱਗ ਰਿਹਾ ਸੀਗਾ ਕਿ ਇਟ ਇਜ਼ ਨਾਟ ਬੀਇੰਗ ਯੂਜ਼ਡ ਐਜ਼ ਇਟ ਸ਼ੁੱਡ ਬੀ। ਹਾਂਜੀ ਤਾਂ ਮੈਂ ਉਹ ਹਾਂਜੀ ਉਸ ਚੱਕਰ ਦੇ ਵਿੱਚ ਫਿਰ ਮੈਂ ਉਹ ਇੱਕ ਈਮੇਲ ਆਪਣਾ ਜਿਹੜਾ ਸੀਗਾ ਪੀਐਮ ਪੋਰਟਲ, ਸ਼ਾਇਦ ਤੁਸੀਂ ਸੁਣਿਆ ਹੋਏਗਾ, ਪੀਜੀ ਪੋਰਟਲ। ਹਾਂ ਹਾਂ ਪੀਐਮ ਪੋਰਟਲ ਤੇ ਹੈ, ਗ੍ਰੀਵੈਂਸ ਪੋਰਟਲ ਹੈਗਾ, ਹਾਂਜੀ ਜਾਂ ਸ਼ਿਕਾਇਤ ਕਰਨੀ ਹੋਵੇ। ਹਾਂਜੀ ਹਾਂਜੀ, ਮੈਂ ਉਹ ਬੈਠ ਕੇ ਫਿਰ ਇੱਕ ਦਿਨ ਰਜਿਸਟਰ ਕੀਤਾ, ਤੇ ਜੋ ਵੀ ਮੇਰੇ ਮਨ ਦੇ ਵਿੱਚ ਸੀਗਾ, ਜੋ ਮੈਨੂੰ ਲੱਗਦੇ ਸੀ ਉਨਤਾਈਆਂ ਲੱਗਦੀਆਂ ਸੀ ਸਾਡੇ ਸਾਰਾ ਆਫਿਸ ਪੀਐਮ ਦੇ। ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਹੈਗਾ ਵੀ ਹਾਂਜੀ, ਆਹ ਉਹ ਸਾਰਾ ਚੀਜ਼। ਕੁਛ ਮੈਂ ਲਿਖ ਕੇ ਆਪਣੇ 2016 ਦੇ ਵਿੱਚ ਅੱਛਾ ਉਹ ਮੈਂ ਪਾ ਦਿੱਤਾ ਜੀ ਉਹਨਾਂ ਨੂੰ ਪੋਰਟਲ ਤੇ ਉਸ ਤੋਂ ਬਾਅਦ ਹੁਣ ਕਿਉਂਕਿ ਪੀਜੀ ਪੋਰਟਲ ਉਸ ਵੇਲੇ ਕਾਫੀ ਐਕਟਿਵ ਸੀਗਾ, ਹੁਣ ਵੀ ਹੈ, ਅੱਛਾ ਪਰ ਉਸ ਵੇਲੇ ਜਿਹੜਾ ਉਹਦਾ ਐਕਸ਼ਨ ਹੋਇਆ ਉਹਦੇ ਨਾਲ ਕਈ ਚੀਜ਼ਾਂ ਇੱਦਾਂ ਦੀਆਂ ਸੀ, ਜਿਸ ਤਰ੍ਹਾਂ ਕਿ ਕੁਛ ਇੱਕ ਫੈਮਲੀਜ਼ ਹੈਗੀਆਂ ਜਿਹੜੀਆਂ ਈਪੀਸੀ ਦੇ ਵਿੱਚ ਉਹ ਕਾਫੀ ਦੇਰ ਤੋਂ ਕਾਬਜ਼ ਨੇ, ਉਹਨਾਂ ਦੀ ਮਤਲਬ ਕਿ ਜਿਹਨੂੰ ਆਪਾਂ ਕਹਿ ਲਓ ਤੁਸੀਂ ਕਿ ਇਲੈਕਸ਼ਨਾਂ ਉਹਨਾਂ ਨੂੰ ਤੁਸੀਂ ਮੈਨੀਪੂਲੇਟ ਕਰਕੇ ਤੁਸੀਂ ਉਹਨਾਂ ਨੂੰ ਵਾਰੀ-ਵਾਰੀ ਉਹੀ ਬੰਦਿਆਂ ਨੂੰ ਇਲੈਕਟ ਕਰ ਰਹੇ ਹੋ ਜਿਹੜੇ ਤੁਹਾਡੇ ਪਸੰਦ ਦੇ ਹੈਗੇ ਨੇ। ਸਮਝਿਆ। ਹਾਂਜੀ ਇਹਦਾ ਹਾਂਜੀ ਮਤਲਬ ਹੈ ਕਿ ਜਿਹੜੇ ਵੱਡੇ ਐਕਸਪੋਰਟਰ ਹੈਗੇ ਨੇ ਉਹ ਤਾਂ ਵਿਚਾਰੇ ਉਹਨਾਂ ਨੂੰ ਟਾਈਮ ਨਹੀਂ ਹੁੰਦਾ ਉਹਨਾਂ ਕੋਲ ਇਹਨਾਂ ਚੀਜ਼ਾਂ ਵਾਸਤੇ। ਤਾਂ ਹਾਂਜੀ ਉਹ ਨਾਰਮਲੀ ਕੀ ਕਰਦੇ ਹੈਗੇ ਆ, ਦੇ ਕੀਪ ਡੂਇੰਗ ਦੇਅਰ ਓਨ ਬਿਜ਼ਨਸ। ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਪੋਲੀਟਿਕਸ ਦੇ ਵਿੱਚ ਜਾ ਕੇ, ਪਰ ਕੁਛ ਇੱਕ ਹਾਂ ਬੰਦੇ ਹੁੰਦੇ ਜਿਨ੍ਹਾਂ ਦਾ ਕੰਮ ਪੋਲੀਟਿਕਸ ਨੂੰ ਯੂਜ਼ ਕਰਨਾ ਹੁੰਦਾ ਹੈ, ਔਰ ਉਹਦੇ ਬੈਨੀਫਿਟਸ ਜਿਹੜੇ ਯੂਜ਼ ਕਰਨੇ ਹੁੰਦੇ ਆ। ਉਸ ਤੋਂ ਬੈਨੀਫਿਟ ਕਰਾਣੇ। ਹਾਂਜੀ, ਹਾਂਜੀ ਹਾਂਜੀ ਉਹ ਚੀਜ਼ਾਂ ਮੈਂ ਹਾਈਲਾਈਟ ਕੀਤੀਆਂ ਕੁਝ ਪੀਐਮ ਪੋਰਟਲ ਤੇ ਉਹਦਾ ਫਿਰ ਜਿਹੜਾ ਖਮਿਆਜਾ ਵੀ ਮੈਨੂੰ ਭੁਗਤਣਾ ਪਿਆ ਕਰ ਕਿ ਮੇਰੀ ਦਿੱਲੀ ਦੀ ਟ੍ਰਾਂਸਫਰ ਵੀ ਉਹ ਇਸੇ ਕਰਕੇ ਹੋਈ। ਤੇ ਅੱਛਾ ਤੁਹਾਡੀ ਪਰ ਉਹਦੇ 'ਚ ਇਹ ਇਮਾਨਦਾਰੀ, ਮਤਲਬ ਤੁਸੀਂ ਜਲੰਧਰ ਬੈਠੇ ਸੀ ਤੇ ਤੁਹਾਨੂੰ ਇਸੇ ਕਰਕੇ ਸਜ਼ਾ ਦੇ ਤੌਰ ਤੇ, ਚਲੋ ਖੈਰ ਐਸੀ ਕੋਈ ਗੱਲ ਨਹੀਂ, ਟ੍ਰਾਂਸਫਰ ਤਾਂ ਇਹ ਹੁੰਦੀ ਰਹਿੰਦੀ ਹੈਗੀ ਆ। ਇਹਦੇ ਨਾਲ ਉਹ ਜਿਹੜੇ ਤੁਹਾਡੇ ਸੀਨੀਅਰ ਵਿੱਚ ਕੋਈ ਹਿਲਜੁਲ ਹੋਈ ਹੈਗੀ, ਉਹਨਾਂ ਨੇ ਕੀ, ਉਹਨਾਂ ਹਾਂਜੀ ਦਾ ਹਾਂਜੀ ਰਿਐਕਸ਼ਨ ਸੀ ਜਦੋਂ ਤੁਸੀਂ ਸਭ ਕੁਝ ਦੱਸਿਆ ਜੋ ਕੁਝ ਮਾਰ ਪ੍ਰੈਕਟਿਸ ਹੋ ਰਹੀਆਂ ਸੀ? ਹਾਂਜੀ, ਉਹਦੇ 'ਤੇ ਗੌਰਮੈਂਟ ਨੇ ਕਾਫੀ ਐਕਸ਼ਨਸ ਜਿਹੜੇ ਲਏ ਉਹਦੇ ਅਕੋਰਡਿੰਗਲੀ, ਜੋ ਮੈਂ ਲਿਖ ਕੇ ਭੇਜਿਆ ਸੀ। ਇੱਕ ਤਾਂ ਸੀ ਉਹਦੇ ਅੱਛਾ ਵਿੱਚ ਕਿ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਹੈਗੀਆਂ ਉਹ ਟਰਾਂਸਪੇਰੈਂਟ ਹੋਣੀਆਂ ਚਾਹੀਦੀਆਂ। ਤੇ ਅੱਛਾ ਪਹਿਲਾਂ ਸਿਸਟਮ ਹੁੰਦਾ ਸੀ ਕਿ ਬੈਲਟ ਪੇਪਰਸ ਆਉਂਦੇ ਸੀ ਬਾਈ ਪੋਸਟ, ਉਹਨਾਂ ਨੂੰ ਬੰਦਾ ਭੇਜ ਕੇ ਕਲੈਕਟ ਕਰ ਲਿਆ ਜਾਂਦਾ ਸੀ, ਸਟੈਂਪਾਂ ਸਟੂੰਪਾਂ ਲਗਾ ਕੇ ਇਕੱਠੀਆਂ ਕਰ ਲਈਆਂ ਜਾਂਦੀਆਂ ਸੀ ਆਪਣੇ ਬੰਦਿਆਂ ਕੋਲੋਂ, ਆਪਣੀਆਂ ਸਟੈਂਪਾਂ ਸਾਰੀਆਂ ਲਗਾ ਕੇ। ਬਾਕੀ ਜਿਹੜੀਆਂ ਵੋਟਾਂ ਕਿਸੇ ਦੂਸਰੇ ਦੀ ਫੇਵਰ 'ਚ ਹੁੰਦੀਆਂ ਸੀ ਉਹ ਜਾਂ ਤਾਂ ਡਿਸਟਰੋਏ ਕਰ ਦਿੱਤੀਆਂ ਜਾਂਦੀਆਂ ਸੀ ਜਾਂ ਇੱਧਰ ਉੱਧਰ, ਬਲਕਿ ਇਹ ਸਾਰਾ ਉਹ ਕੁਝ ਅੱਛਾ ਹਾਂਜੀ ਅੱਛਾ ਇਸ ਤਰ੍ਹਾਂ ਦੇ ਕੰਮ ਹੁੰਦੇ ਰਹੇ। ਉਹਨਾਂ ਚੀਜ਼ਾਂ ਨੂੰ ਥੋੜ੍ਹਾ ਕਰਨ ਦੇ ਚੱਕਰ 'ਚ ਉਹ ਹੁਣ ਜਿਨ੍ਹਾਂ ਬੰਦਿਆਂ ਕੋਲੇ ਆਲਰੇਡੀ ਇੱਕ ਅਹੁਦਾ ਹੈਗਾ, ਕਿਉਂਕਿ ਜਿਹੜੇ ਇਲੈਕਟਡ ਮੈਂਬਰ ਹੁੰਦੇ ਆ ਐਕਸਪੋਰਟਰ ਦੇ ਵਿੱਚੋਂ, ਉਹਨਾਂ ਲਈ ਇੱਕ ਸੁਨਹਿਰਾ ਮੌਕਾ ਹੁੰਦਾ ਕਿ ਉਹ, ਵੈਸੇ ਤਾਂ ਉਹਨਾਂ ਲਈ ਪੋਜ਼ੀਟਿਵ ਤਾਂ ਇਹ ਹੁੰਦਾ ਕਿ ਉਹ ਆਪਣੀ ਪ੍ਰਮੋਸ਼ਨ ਵਾਸਤੇ, ਐਕਸਪੋਰਟ ਦੀ ਪ੍ਰਮੋਸ਼ਨ ਹਾਂਜੀ ਵਾਸਤੇ ਕੁਝ ਅੱਛੇ ਸੁਝਾਅ ਦੇਣ। ਉਹਨਾਂ ਨੂੰ ਇੱਕ ਅਹੁਦਾ ਮਿਲਿਆ ਤਾਂ ਉਹ ਪੋਜ਼ੀਟਿਵਲੀ ਇਹਨੂੰ ਯੂਜ਼ ਕਰਨ ਆਫਿਸ ਨੂੰ। ਪਰ ਕਈ ਹੁੰਦੇ ਹਾਂਜੀ ਆ ਕਿ ਹਾਂਜੀ ਉਹਨਾਂ ਦਾ ਕੰਮ ਦੂਸਰੇ ਪਾਸੇ ਨੂੰ ਹੁੰਦਾ ਕਿ ਆਪਾਂ ਇਹਦੀ ਐਡਮਿਨਿਸਟ੍ਰੇਸ਼ਨ 'ਚ ਘੁਸੋ, ਇਹਦੇ ਵਿੱਚ ਇਹਨਾਂ ਨੂੰ ਕੰਟਰੋਲ ਕਰੋ, ਇਹਨਾਂ ਤੋਂ ਆਪਣੇ ਬੈਨੀਫਿਟ ਵਾਸਤੇ, ਆਪਣੇ ਉਹ ਪਰਸਨਲ ਬੈਨੀਫਿਟ ਵਾਸਤੇ ਦੇਖਦੇ ਨੇ। ਉਹ ਸਾਰੀ ਇੰਜੀਨੀਅਰਿੰਗ ਇੰਡਸਟਰੀ ਵਾਸਤੇ ਨਹੀਂ ਦੇਖਦੇ। ਉਹ ਸਪੈਸੀਫਿਕ ਕੁਛ ਇੱਕ ਚੁਣਿੰਦਾ ਬੰਦਿਆਂ ਵਾਸਤੇ ਜਿਹੜੇ ਕਿ ਇਲੈਕਟਡ ਹੁੰਦੇ ਨੇ ਜਾਂ ਜਿਹੜੇ ਕਿ ਫੇਵਰੇਬਲ ਹੁੰਦੇ ਨੇ ਉਹਨਾਂ ਵਾਸਤੇ ਹੀ ਇਹ ਇੱਕ ਅਦਾਰਾ ਹੈਗਾ ਜਿਹੜਾ ਕਿ ਇੱਕ ਨਵੇਂ ਐਂਟਰੈਂਟ ਵਾਸਤੇ ਵੀ ਉਨਾ ਹੀ ਇੰਪੋਰਟੈਂਟ ਹੈ। ਉਹ ਵੀ ਵਿਚਾਰਾ ਜਿਹੜੀ ਛੋਟੀ ਤੋਂ ਛੋਟੀ ਫੀਸ ਦੇ ਕੇ ਐਂਟਰ ਕਰ ਰਿਹਾ, ਉਹਦੀ ਛੋਟੀ ਫੀਸ ਵੀ ਇੰਨੀ ਇੰਪੋਰਟੈਂਟ ਹੈਗੀ ਆ, ਉਹਨੇ ਪਤਾ ਨਹੀਂ ਕਿੱਦਾਂ ਕੱਢੀ ਹੋਣੀ ਆ। ਇੱਕ ਜਿਹੜਾ ਹਾਂਜੀ ਚੰਗਾ ਚੱਲਦਾ ਅਦਾਰਾ ਹੈਗਾ ਜਿਹਨੇ ਹਜ਼ਾਰਾਂ ਰੁਪਏ ਦਿੱਤੇ ਹੈਗੇ ਆ, ਉਹਦੇ ਲਈ ਹੋ ਸਕਦਾ ਉਹ ਹਜ਼ਾਰਾਂ ਰੁਪਏ ਵੀ ਇੰਨੇ ਮਹੱਤਵ ਨਾ ਰੱਖਦੇ ਹੋਣ ਜਾਂ ਇੰਨੇ ਇੰਪੋਰਟੈਂਟ ਨਾ, ਕਿਉਂਕਿ ਉਹਦਾ ਬਿਜ਼ਨਸ ਆਲਰੇਡੀ ਚੱਲ ਹੀ ਰਿਹਾ।
ਤਾਂ ਹਾਂਜੀ ਉਸ ਚੀਜ਼ ਨੂੰ ਮੈਂ ਥੋੜ੍ਹਾ ਹਾਈਲਾਈਟ ਕਰਨ ਵਾਸਤੇ ਫਿਰ ਉਹ ਜਿਹੜੀ ਈਮੇਲ ਕੀਤੀ ਸੀ ਉਹਦੇ ਵਿੱਚ ਮੈਂ ਸਾਰਾ ਲਿਖਿਆ ਸੀ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਲੈਕਸ਼ਨ ਜਿਹੜੀ ਹੈਗੀ ਹੈ ਟਰਾਂਸਪੇਰੈਂਟ ਹੋਣੀ ਚਾਹੀਦੀ ਹੈ, ਇਲੈਕਟ੍ਰੋਨਿਕ ਹੋਣੀ ਚਾਹੀਦੀ ਹੈ, ਉਹ ਹੋ ਗਈ ਹੈ। ਅਤੇ ਹੂੰ ਉਹਦੇ ਨਾਲ ਕਾਫੀ ਜਿਹੜੀ ਹੈ ਇਹਨਾਂ ਦੀ ਪ੍ਰੋਸੈਸ ਦੇ ਵਿੱਚ ਫਰਕ ਵੀ ਪਿਆ ਹੈਗਾ। ਅਤੇ ਹੁਣ ਗੌਰਮੈਂਟ ਨੇ ਜਿਹੜੇ ਸੁਝਾਅ ਦਿੱਤੇ ਸੀ ਕਿ 2 ਸਾਲ ਤੋਂ ਬਾਅਦ ਦੁਬਾਰਾ ਬੰਦਾ ਜਿਹੜਾ ਹੈਗਾ ਉਹ ਮਤਲਬ ਕਿ ਦੁਬਾਰਾ ਉਹਦੇ 'ਚ ਨਹੀਂ ਆਉਣਾ ਚਾਹੀਦਾ ਉਸੇ ਪਦਵੀ ਦੇ ਉੱਤੇ, ਉਹ ਵੀ ਉਹਨਾਂ ਨੇ ਐਕਸੈਪਟ ਕਰ ਲਿਆ ਹੋਇਆ। ਉਹ ਸਾਰੇ ਰੂਲਸ ਸਾਰੀਆਂ ਕਾਊਂਸਲ, ਨਾਟ EPC, ਜਿੰਨੀਆਂ ਟੋਟਲ ਆਪਣੀਆਂ ਕਾਊਂਸਲ ਹੈਗੀਆਂ 18-19 ਸਾਰੀਆਂ ਵਾਸਤੇ ਲਾਗੂ ਕੀਤੇ ਨੇ ਉਹਨਾਂ ਨੇ। ਔਰ ਇਹ ਪਿੰਦਰ ਜੀ, ਮੈਨੂੰ ਪੰਜਾਬ ਗੌਰਮੈਂਟ ਦੇ ਵੀ ਬੜੇ ਸੀਨੀਅਰ ਅਫਸਰ, ਮੇਰੇ ਬਹੁਤ ਸਾਰੇ ਦਾ ਦੋਸਤ ਵੀ ਆ। ਇੱਕ ਪਿੱਛੇ ਜੇ ਮੇਰੇ ਕੋਲ ਮੈਨੂੰ ਕਹਿੰਦਾ ਜੀ ਵੀ ਮੈਂ ਫੋਰੈਸਟ ਡਿਪਾਰਟਮੈਂਟ 'ਚ ਸੀਨੀਅਰ ਮੋਸਟ ਆਫਿਸਰ, ਮੇਰੀ ਉਹ ਟਰਨ ਹੈਗੀ ਆ ਚੀਫ ਬਣਨੇ ਦੀ, ਵੀ ਮਿਨਿਸਟਰ ਨੂੰ ਕਹਿ ਕੇ ਮੇਰੀ ਹੈਲਪ ਕਰੋ। ਉਹ ਮੇਰੇ ਤੋਂ ਜੂਨੀਅਰ ਉਹਨਾਂ ਨੇ ਉਹ ਲਗਾਉਣੇ ਬਾਰੇ ਸੋਚ ਰਹੇ ਹੋ। ਤੇ ਮੈਂ ਕਿਹਾ ਤੁਸੀਂ ਹਾਈ ਕੋਰਟ ਚਲ ਜਾਓ, ਜਾਂ ਉਹਨਾਂ ਨੂੰ ਮੈਂ 2-4 ਕਿਹਾ, ਕਹਿੰਦਾ ਨਹੀਂ ਸਾਡੇ ਤਾਂ ਇੱਥੇ ਫਿਰ ਜਦ ਹੀ ਕਿਸੇ ਤੋਂ ਐਪਲੀਕੇਸ਼ਨ ਦਿਖਾ ਕੇ ਉਹ ਵਿਜੀਲੈਂਸ ਦਾ ਕੇਸ ਪੰਜਾਬ ਗੌਰਮੈਂਟ 'ਚ ਕਹਿੰਦਾ ਇੱਦਾਂ ਦਾ ਬਣਾ ਦਿੰਦੇ, ਮੈਂ ਇੱਦਾਂ ਦਾ ਕੰਮ ਨਹੀਂ ਕਰ ਸਕਦਾ। ਜਦੋਂ ਕਦੇ ਨੈਚੁਰਲੀ ਕੋਈ ਜਿਹੜਾ ਆਫਿਸਰ ਆਪਣੇ ਸਿਸਟਮ ਦੇ ਖਿਲਾਫ ਆਵਾਜ਼ ਉਠਾਉਂਦਾ ਹੁੰਦਾ ਹੈਗਾ, ਤੇ ਅਕਸਰ ਉੱਪਰਲੇ ਅਫਸਰ ਹੁੰਦੀ ਹੈ ਕੋਈ ਝੂਠੀ ਸ਼ਿਕਾਇਤ ਤੇ ਕਰਕੇ ਉਹਨੂੰ ਕਿਸੇ ਮਤਲਬ ਉਹਨੂੰ ਚੱਕਰ 'ਚ ਫਸਾਉਣੇ ਦੀ, ਕੋਈ ਤੁਹਾਨੂੰ ਤੇ ਨਹੀਂ ਇੱਦਾਂ ਦਾ ਕਿਤੇ ਇੰਟੈਂਗਲ ਕਰਨੇ ਦੀ ਕੋਸ਼ਿਸ਼ ਕੀਤੀ? ਹਾਲਾਂਕਿ ਤੁਹਾਡਾ ਬਹੁਤ ਨੀਟ ਐਂਡ ਕਲੀਨ ਰਿਕਾਰਡ ਹੈਗਾ। ਹਾਂਜੀ, ਮੇਰੇ ਨਾਲ ਵੀ ਇਹ ਹੋਇਆ ਕਿ ਮੈਨੂੰ ਉਹਨਾਂ ਨੇ ਇੱਕ ਇੰਟਰਨਲ ਇਨਕੁਆਇਰੀ, ਜਿਹੜਾ ਕਿ ਮੇਰਾ ਇੱਕ 2016 ਦੇ ਵਿੱਚ ਮੈਂ ਸਾਊਥ ਅਫਰੀਕਾ ਗਿਆ ਸੀਗਾ, ਤਾਂ ਉਹਦੇ ਵਿੱਚ ਇੱਕ ਐਗਜੀਬਿਸ਼ਨ ਸੀਗੀ ਸਾਡੀ EPC ਦੀ, ਤੇ ਮੈਂ ਉਹਦੇ ਵਿੱਚ ਪਾਰਟਿਸਿਪੇਟ ਕੀਤਾ। 9 ਬੰਦਿਆਂ ਨੂੰ ਮੈਂ ਬੜੀ ਲਾਸਟ ਮੂਮੈਂਟ ਦੇ ਉੱਤੇ ਮੈਨੂੰ ਦੱਸਿਆ ਗਿਆ ਕਿ ਐਗਜੀਬਿਸ਼ਨ ਹੈਗੀ ਆ। ਫਿਰ ਵੀ ਮੈਂ ਉਹ 1 ਮਹੀਨੇ ਦੇ ਵਿੱਚ ਤਿਆਰੀ ਕੀਤੀ, ਸਾਰਾ ਅਰੇਂਜਮੈਂਟ ਕਰਕੇ ਉਹ ਬੁਕਿੰਗ ਕਰਵਾ ਕੇ ਅਸੀਂ ਉਹ ਅਟੈਂਡ ਕੀਤੀ, ਸਕਸੈਸਫੁਲੀ ਆਰਗੇਨਾਈਜ਼ ਕੀਤੀ। ਹਾਂਜੀ ਹਾਂਜੀ। ਉਹਦੀ ਐਪਰੀਸ਼ੀਏਸ਼ਨ ਇਹ ਚੀਜ਼ ਦੀ ਇਹ ਮਿਲੀ ਜੀ ਕਿ ਉਹਨਾਂ ਨੇ ਮੇਰੇ ਅਗੇਂਸਟ ਉਹਦਾ ਇੱਕ ਬਿੱਲ ਜਿਹੜਾ ਕਿ ਹੈ ਮੈਂ ਸਬਮਿਟ ਕੀਤਾ ਹੋਇਆ ਅਪਰੂਵਲ ਵਾਸਤੇ, ਉਹਦੇ ਅਗੇਂਸਟ ਜਿੰਨੇ ਤੁਹਾਡੀ ਇੰਟਾਈਟਲਮੈਂਟ ਹੁੰਦੀ ਹੈ, ਅਫਸਰ ਜਦੋਂ ਜਾਂਦਾ ਤੇ TA ਮਿਲਦਾ ਹੈਗਾ, ਸਰਕਾਰ ਖਰਚਾ ਦਿੰਦੀ ਹੈ, ਉਹਦੇ ਅਗੇਂਸਟ ਇੱਕ ਇਨਕੁਆਇਰੀ ਖੋਲ੍ਹਤੀ ਗਈ ਕਿ ਤੁਸੀਂ ਇਹ ਜਿਹੜਾ ਇਹਦੇ 'ਚ ਤੁਸੀਂ ਆਹ ਮੈਨੀਪੂਲੇਟ ਕੀਤੇ ਹੈਗੇ ਆ ਫਿਗਰਸ, ਇਹ ਉਹ ਸਭ ਕੁਛ। ਹਾਲਾਂਕਿ ਉਹ ਇਹਨਾਂ ਦੇ ਕੋਈ ਆਪਣੇ ਫੇਵਰਟ ਉੱਥੇ ਵਕੀਲ ਸੀਗੇ, ਉਹਨਾਂ ਦੇ ਥਰੂ ਹੀ ਉਹਨਾਂ ਨੇ ਇਨਕੁਆਇਰੀ ਕਰਵਾਈ ਆਪੇ ਹੀ, ਔਰ ਆਪ ਹੀ ਜਜਮੈਂਟ ਸਭ ਕਰਕੇ, ਤੇ ਉਹ ਮੇਰੇ ਅਗੇਂਸਟ ਇਨਕੁਆਇਰੀ ਕਰਨੀ ਸੀ। ਉਹ ਤਾਂ ਅੰਡਰਸਟੂਡ ਹੀ ਸੀਗਾ ਕਿ ਤਾਂ ਜੋ ਉਹਨਾਂ ਨੂੰ ਇਹ ਸੀ ਕਿ ਇਹ ਬਲੌਟ ਫਰੀ ਨਾ ਘੁੰਮੇ, ਕਿ ਕਿਉਂਕਿ ਇਹਨੇ ਸਾਡੀ ਇਹੀ 23 ਫੇਰੀ ਹੈ ਤੇ ਅਸੀਂ ਕਿਉਂ ਨਾ ਇਹਦੀ ਫੇਰ ਦਈਏ। ਉਸ ਚੱਕਰ ਦੇ ਵਿੱਚ ਜਨਰਲੀ ਟਰੈਵਲ ਕੀਤਾ ਹੈਗਾ, ਉਹ ਬਾਈ ਯਾਰ ਤੁਹਾਡੀ ਜੋ ਵੀ ਹੈ ਇੰਟਾਈਟਲਮੈਂਟ, ਉਹ ਜਾ ਕੇ ਉਹ ਤਾਂ ਸਰਕਾਰ ਨੂੰ ਦੇਣਾ ਪਏਗਾ ਪੈਸਾ, ਜਿੰਨੀਆਂ ਮਰਜ਼ੀ ਇੱਕ ਛੱਡ ਕੇ 5 ਇਨਕੁਆਇਰੀਆਂ ਕਰ ਲੈਣ, ਉਹਨਾਂ ਕੀ ਫਰਕ ਪੈਂਦਾ ਹੈਗਾ? ਉਹਦੇ ਨਾਲ ਐਕਚੁਅਲੀ ਉਹਦੇ 'ਚ ਹੋਇਆ ਕੁਝ ਵੀ ਨਹੀਂ, ਬਾਅਦ 'ਚ ਉਹਦਾ ਪੈਸਾ ਮੈਨੂੰ ਦਿੱਤਾ ਵੀ ਇਹਨਾਂ ਨੇ, ਦੇਖੋ। ਅੱਛਾ, ਮੁੜ ਕੇ ਦੇ ਵੀ ਦਿੱਤਾ ਹੈਗਾ? ਦੇਣਾ ਹੀ ਪੈਣਾ ਸੀ ਹੈ ਨਾ। ਉਹ ਰੋਕ ਨਹੀਂ ਨਾ ਸਕਦੇ ਸੀ। ਹਾਂ, ਉਹ ਤਾਂ ਦੇਣਾ ਪੈਣਾ। ਐਕਚੁਅਲੀ ਕੀ ਹੈਗਾ ਕਿ ਸਿਰਫ ਉਹ ਮਕਸਦ ਇੱਕੋ ਹੀ ਸੀ ਕਿ ਮੈਨੂੰ ਵਾਰੀ-ਵਾਰੀ ਉੱਥੇ ਕਲਕੱਤੇ ਜਾਣਾ ਪੈਂਦਾ ਸੀ। ਵਿਕਟਿਮਾਈਜ਼ ਕਰਨਾ, ਹੈ ਨਾ। ਫਰਾਡ ਦਾ ਇਹ ਬਣਾਇਆ ਸੀ ਕਿ ਇਹ ਤੂੰ ਮੈਨੀਪੂਲੇਟ ਕੀਤਾ ਹੈਗਾ, ਉਦੋਂ ਕਈ ਗੁਣਾ ਜ਼ਿਆਦਾ ਮੇਰੇ ਆਉਣ ਜਾਣ ਤੇ ਟਰੈਵਲਿੰਗ ਐਕਸਪੈਂਸਿਸ ਦੇ ਉੱਪਰ ਖਰਚਾ, ਮੇਰੀ ਡੇਲੀ 2-2 3-3 ਦਿਨ ਮੇਰੇ ਵੇਸਟ ਹੋਣੇ। ਇੱਥੋਂ ਮੈਂ ਕਲਕੱਤੇ ਜਾਣਾ ਅਟੈਂਡ ਕਰਨ ਵਾਸਤੇ, 1 ਦਿਨ ਉੱਥੇ ਰੁਕਣਾ ਹੋਟਲ ਦੇ ਵਿੱਚ, ਨੈਕਸਟ ਡੇ ਮੈਂ ਉੱਥੋਂ ਐਗਜ਼ਿਟ ਕਰਨਾ। ਇਹ ਸਾਰੀ ਚੀਜ਼ਾਂ ਇੱਕ ਪਾਰਟ ਸੀ ਮੈਨੂੰ ਇੱਕ ਹੈਰਾਸ਼ ਕਰਨ ਦਾ ਕੀਤਾ ਉਹਨਾਂ ਨੇ। ਖੈਰ ਇਟਸ ਨਾਟ ਏ ਬਿਗ ਇਸ਼ੂ, ਮੈਂ ਤਾਂ ਤਿਆਰ ਹੀ ਸੀਗਾ, ਮੈਨੂੰ ਪਤਾ ਸੀਗਾ ਕਿ ਸਭ ਹੋਏਗਾ। ਹੁਣ ਮੰਨ ਲਓ 1-2 ਗੱਲਾਂ ਪਹਿਲਾਂ ਹੋਰ ਮੈਂ ਪੁੱਛ ਲਾਂ, ਫਿਰ ਮੈਂ ਅਗਲੇ ਸਟੈਪ ਤੇ ਆਉਣਾ। ਪਿੱਛੇ ਜੇ ਤੁਸੀਂ ਮੈਨੂੰ ਇਹ ਵੀ ਦੱਸ ਰਹੇ ਸੀ, ਜਦੋਂ ਜਲੰਧਰ ਮੇਰੀ ਮੀਟਿੰਗ ਹੋਈ ਸੀ, ਇੰਡਸਟਰੀਲਿਸਟ ਵੀ ਬਹੁਤ ਆਫਰ ਕਰਦੇ ਆ ਪੈਸਾ, ਤੁਸੀਂ ਏਦਾਂ ਕਰਦੇ ਹੋ ਜੀ, ਅਸੀਂ ਇੰਨੇ ਪੈਸੇ ਦੇਵਾਂਗੇ ਜੀ, ਉਹ ਉੱਦਾਂ ਦਾ ਇੱਕ ਅੱਧਾ ਕੋਈ ਸ਼ੇਅਰ ਕਰਨਾ ਚਾਹਵੇ ਜਿਹੜਾ ਤੁਸੀਂ ਬਹੁਤ ਜ਼ਿਆਦਾ ਅਮਾਊਂਟ ਰਿਜੈਕਟ ਕੀਤੀ ਕਿ ਮੈਂ ਨਹੀਂ ਧੰਦੇ 'ਚ ਪੈਣਾ ਚਾਹੁੰਦਾ? ਹਾਂਜੀ, ਐਕਚੁਅਲੀ ਇਹ ਮੇਰੇ ਜਦੋਂ ਮੈਂ ਜੁਆਇਨ ਕੀਤਾ ਉਸ ਤੋਂ ਬਾਅਦ 'ਚ ਤਕਰੀਬਨ 2 ਸਾਲ ਬਾਅਦ 98 ਦੇ ਵਿੱਚ ਹੀ ਕੋਈ ਐਕਸਪੋਰਟਰ ਸੀਗੇ ਲੁਧਿਆਣੇ ਦੇ, ਉਹ ਆਏ ਮੇਰੇ ਕੋਲੇ, ਤੇ ਉਹਨਾਂ ਨੇ ਕਈ ਮੈਨੀਪੂਲੇਟ ਕੀਤੀਆਂ ਹੋਈਆਂ ਫਰਮਾਂ ਖੋਲ੍ਹੀਆਂ ਹੋਈਆਂ ਸੀ ਆਪਣੀਆਂ। ਤਾਂ ਹਾਂਜੀ, ਉਹ ਕੋਈ ਗਵਰਨਮੈਂਟ ਇਨਸੈਂਟਿਵ ਉਹਨਾਂ ਨੂੰ ਮਿਲਣੇ ਸੀਗੇ, ਜਿਹੜੇ ਕਿ ਸਾਡਾ ਅਸੀਂ ਸਰਟੀਫਿਕੇਟ ਇਸ਼ੂ ਕਰਦੇ ਹਾਂ ਉਹਦੇ ਅਗੇਂਸਟ ਉਹਨਾਂ ਨੂੰ ਗਵਰਨਮੈਂਟ ਇਨਸੈਂਟਿਵ ਦਿੰਦੀ ਸੀ। ਤਾਂ ਉਹ ਮੇਰੇ ਹਾਂਜੀ, ਉਹ ਸਾਈਨ ਕਰਕੇ ਦੇਣ ਨਾਲ ਉਹਨਾਂ ਨੂੰ ਕਾਫੀ ਕੋਈ ਫਾਇਦਾ ਹੋ ਜਾਣਾ ਸੀ। ਮੈਨੂੰ ਨਹੀਂ ਪਤਾ ਕਿੰਨੇ ਦਾ ਜਾਂ ਨਹੀਂ, ਪਰ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਦੇਖੋ ਕੁਝ ਮਿਲੇਗਾ ਤਾਂ ਅਸੀਂ ਤੁਹਾਨੂੰ ਵੀ ਆਨਰ ਕਰਾਂਗੇ। ਮੈਂ ਉਹਨਾਂ ਨੂੰ ਕਿਹਾ ਜੀ ਕਿ ਦੇਖੋ ਜਿਹੜੀ ਚੀਜ਼ ਤੁਹਾਡੇ ਗਲਤ ਹੈਗੀ ਆ ਉਹ ਗਲਤ ਹੈਗੀ ਆ, ਉਹਨੂੰ ਮੈਂ ਨਹੀਂ ਕਰ ਸਕਦਾ।
ਤੁਸੀਂ ਹਾਂ ਜੇ ਤੁਹਾਨੂੰ ਲੱਗਦਾ ਹੈਗਾ ਤਾਂ ਤੁਸੀਂ ਜਿਹੜੇ ਇੰਨੇ ਹੋਰ ਆਫਿਸ ਹੈਗੇ ਉਹਨਾਂ ਤੋਂ ਕਰਵਾ ਲਓ, ਮੇਰੇ ਤੋਂ ਉੱਪਰਲੇ ਹੈਗੇ ਉਹਨਾਂ ਤੋਂ ਜਾ ਕੇ ਕਰਵਾ ਲਓ। ਪਰ ਹਾਂ, ਉਹ ਕਿਉਂਕਿ ਮੈਂ ਨਹੀਂ ਇਦਾਂ ਦਾ ਕੰਮ ਕਰਨੇ ਹਾਂਜੀ ਵਾਲਾ। ਜੂਰਿਸਡਿਕਸ਼ਨ ਕਿਉਂਕਿ ਮੇਰੀ 'ਚ ਪੈਂਦਾ ਸੀ ਤਾਂ ਨੋ ਵਨ ਕੈਨ ਡੂ ਦਿਸ, ਤਾਂ ਉਹਨਾਂ ਨੂੰ ਕਾਫੀ ਹਾਂਜੀ ਹਾਂਜੀ ਨੁਕਸਾਨ ਹੋਇਆ ਇਹਦਾ। ਔਰ ਬਾਅਦ 'ਚ ਮੈਨੂੰ ਯਾਦ ਹੈ ਕਿ ਉਹੀ ਫਰਮ ਜਿਹੜੀ ਸੀਗੀ ਉਹਦੇ ਅਗੇਂਸਟ ਹੀ CBI ਨੇ ਇਨਕੁਆਇਰੀ ਕੀਤੀ, ਤੇ ਔਰ ਮੈਂ ਹੀ ਉਹਨਾਂ ਦੀਆਂ ਫਾਈਲਾਂ ਦੇ ਕੇ ਆਇਆ ਸੀ CBI 'ਚ ਉੱਥੇ ਦਿੱਲੀ ਜਾ ਅੱਛਾ ਕੇ। ਅੱਛਾ ਹਾਂਜੀ ਹਾਂਜੀ ਅੱਛਾ। ਦੇਖੋ ਜਿਹੜਾ ਬੰਦਾ ਗਲਤ ਆ ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ, ਪਰਸੋਂ ਨਹੀਂ ਤਾਂ ਚੌਥ ਉਹਨੇ ਫਸਣਾ ਹੀ ਫਸਣਾ। ਇੱਥੇ ਨਾ ਫਸੇਗਾ ਅਗਲੀ ਜਗ੍ਹਾ ਫਸ ਜਾਏਗਾ। ਸੋ ਹਾਂਜੀ ਇਹ ਲੋਕਾਂ ਨੂੰ, ਚਾਹੇ ਕੋਈ ਇੰਡਸਟਰੀ ਆ ਚਾਹੇ ਕੋਈ ਹੋਰ ਹੈਗਾ। ਅੱਛਾ, ਹੁਣ ਮੈਨੂੰ ਥੋੜਾ ਜਿਹਾ ਤੁਹਾਡੇ ਇਹੋ ਹੈਗਾ, ਜਿਵੇਂ ਹੁਣ ਤੁਸੀਂ ਚਾਹੇ ਤੁਹਾਨੂੰ ਬਦਲ ਦਿੱਤਾ ਹੈਗਾ, ਤੁਹਾਡਾ ਘਰ ਇੱਥੇ ਜਲੰਧਰ ਆ, ਤੁਹਾਨੂੰ ਦਿੱਲੀ ਭੇਜ ਦਿੱਤਾ ਹੈਗਾ, ਨੌਕਰੀ ਕਿੰਨੇ ਕੁ ਸਾਲ ਪਈ, ਅਗਾਂਹਲਾ ਕੀ ਕੁਝ ਤੁਸੀਂ ਪਲਾਨ ਕਰਦੇ ਹੋ ਆਪਣਾ, ਜਿੰਨੀ ਦੇਰ ਮੇਰੀ ਤੁਹਾਡੀ ਨੌਕਰੀ ਪਈ ਹੈਗੀ ਆ? ਹਜੇ 4 ਸਾਲ ਦੀ ਸਰਵਿਸ ਹੈ ਜੀ ਆਲਰੇਡੀ। ਹਰ ਸਾਲ ਤੁਸੀਂ ਡਟ ਕੇ ਕੰਮ ਕਰੋ, ਫਿਰ ਕਿਹੜੀ ਗੱਲ ਆ। ਹਾਂਜੀ ਤੇ ਨਹੀਂ ਉਹਦੇ ਵਾਸਤੇ ਵੀ ਹਜੇ ਮੇਰੇ ਤੇ ਪ੍ਰੈਸ਼ਰ ਹੈਗਾ ਕਿ ਭਈ ਤੁਸੀਂ VRS ਲਓ ਜੀ, ਫਲਾਣਾ ਕਰੋ ਜੀ। ਮੈਂ ਹੀ ਕਿਹਾ ਸੀ ਵੈਸੇ ਇਹਨਾਂ ਨੂੰ, ਮੈਂ ਕਿਹਾ ਜੀ ਤੁਸੀਂ, ਕਿਉਂਕਿ ਜਦੋਂ ਮਾਹੌਲ ਠੀਕ ਨਾ ਹੋਵੇ, ਤੁਹਾਨੂੰ ਪਤਾ ਹੈਗਾ ਕਿ ਤੁਹਾਡੀ ਪ੍ਰਮੋਸ਼ਨ ਨਹੀਂ ਕਰ ਰਹੇ ਜਾਣਬੁੱਝ ਕੇ, ਬਾਕੀ ਸਾਰੇ ਜਿਹੜੇ ਮੇਰੇ ਅੱਛਾ ਜੂਨੀਅਰ ਉਹਨਾਂ ਨੂੰ ਪ੍ਰਮੋਟ ਕਰਕੇ ਮੇਰੇ ਨਾਲ ਉੱਪਰ ਬਣਾਤਾ। ਅੱਛਾ, ਤਾਂ ਤੁਹਾਡੇ ਜੂਨੀਅਰ ਵੀ ਪ੍ਰਮੋਟ ਕਰ ਦਿੱਤੇ ਹੈਗੇ ਹੈ? ਹਾਂਜੀ 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 ਮੇਰੇ ਤੋਂ ਵੀ ਉੱਪਰ ਮਤਲਬ ਕਿ ਜਿਹੜੇ ਬੰਦੇ ਮੇਰੇ ਤੋਂ ਪਿੱਛੋਂ ਜੁਆਇਨ ਕੀਤੇ ਸੀਗੇ ਉਹਨਾਂ ਨੂੰ ਪ੍ਰਮੋਟ ਕਰਕੇ ਮੇਰੇ ਤੋਂ ਵੱਡੀਆਂ ਮਤਲਬ ਕਿ ਪੋਸਟਾਂ ਦੇ ਦਿੱਤੀਆਂ ਹੋਈਆਂ। ਤਾਂ ਇਹ ਅੱਛਾ, ਸਾਰਾ ਕੁਝ ਚੱਲਦਾ ਹੈਗਾ, ਦਿਸ ਇਜ਼ ਪਾਰਟ ਐਂਡ ਪਾਰਸਲ ਆਫ ਲਾਈਫ, ਆਈ ਅੰਡਰਸਟੈਂਡ ਦਿਸ। ਹਾਂਜੀ ਹਾਂਜੀ ਪਰ ਮੈਂ ਆਪਣੇ ਕਦੀ ਕੰਪਰੋਮਾਈਜ਼ ਨਹੀਂ ਕੀਤਾ, ਨਾ ਕੰਮ ਨਾਲ ਕੀਤਾ ਹੈ ਕਦੀ, ਨਾ ਹੀ ਕਦੀ ਇਮਾਨਦਾਰੀ ਨਾਲ ਕੀਤਾ ਹੈ। ਕਿ ਜੋ ਅਸੀਂ ਕਰਨਾ ਹੈਗਾ ਉਹ ਮੈਂ ਆਪਣੀ ਉਸੇ ਇੱਕ ਜਿੱਦ ਦੇ ਨਾਲ ਕਰਨਾ ਹੈਗਾ ਕਿ ਹਾਂ ਜੇ ਤੁਸੀਂ ਸੱਚ ਬੋਲਣਾ ਤਾਂ ਤੁਸੀਂ ਸੱਚ ਹੀ ਬੋਲਣਾ, ਚਾਹੇ ਉਹ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ ਲੱਗੇ। ਉਹ ਉਹਦੀ ਆਪਣੀ ਪਰਸੈਪਸ਼ਨ ਹੈਗੀ ਕਿਸੇ ਬੰਦੇ ਦੀ, ਉਹਨੂੰ ਆਪਾਂ ਨਹੀਂ ਚੇਂਜ ਕਰ ਹੂੰ। ਸਕਦੇ ਨਾ। ਤਾਂ ਵੈਸੇ ਪਰ ਤਾਂ ਇਹ ਹੈ ਕਿ ਅੰਬੇਦਕਰ ਜੀ, ਜਿੰਨਾ ਕੁ ਸਾਡਾ ਜੋ ਸਾਡੇ ਮੰਤਰੀ ਜਾਂ ਨੇਤਾਗਣ ਭਾਸ਼ਣ ਦਿੰਦੇ, ਇਮਾਨਦਾਰ ਬੰਦਿਆਂ ਦੀ ਜ਼ਰੂਰਤ ਆ, ਇਮਾਨਦਾਰ ਅਫਸਰਾਂ ਦੀ ਜ਼ਰੂਰਤ ਆ, ਇਮਾਨਦਾਰ ਸਿਸਟਮ ਦੀ ਜ਼ਰੂਰਤ ਆ, ਟਰਾਂਸਪੇਰੈਂਸੀ ਦੀ ਜ਼ਰੂਰਤ ਆ। ਪਰ ਜਦੋਂ ਇਦਾਂ ਕੋਈ ਅਫਸਰ ਕਰਦਾ ਤੇ ਉਹਦੇ ਤੇ ਮੁਸੀਬਤਾਂ ਦੇ ਪਹਾੜ ਗਿਰ ਜਾਂਦੇ ਹੈਗੇ ਆ, ਉਦੋਂ ਫਿਰ ਕੀ ਹਾਂਜੀ ਕਰੇ ਅਫਸਰ? ਮਤਲਬ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਵੈਸੇ ਜਿਹਨੂੰ ਕਹਿੰਦੇ ਆਪਾਂ ਤੱਤ ਕੱਢਣਾ, ਕਿ ਜਿੱਦਾਂ ਮੈਂ ਹੁਣ 2016 'ਚ ਪੰਗਾ ਲਿਆ ਸੀ, ਉਸ ਤੋਂ ਬਾਅਦ ਮੈਨੂੰ ਵੀ ਇਹ ਲੱਗਿਆ ਕਿ ਹਾਲਾਂਕਿ ਮੈਨੂੰ ਸਭ ਨੇ ਕਿਹਾ, ਈਵਨ ਮੇਰੇ ਆਪਣੇ ਘਰਦਿਆਂ ਨੇ ਵੀ ਮੈਨੂੰ ਕਈ ਵਾਰੀ ਕਿਹਾ ਕਿ ਯਾਰ ਤੁਸੀਂ ਇਹ ਕੰਮ ਗਲਤ ਕਰ ਲਿਆ ਹੈ, ਕਿ ਤੁਹਾਨੂੰ ਨਹੀਂ ਸੀ ਕੰਪਲੇਂਟ ਕਰਨੀ ਚਾਹੀਦੀ। ਮੈਂ ਅੱਛਾ ਕਿਹਾ ਵੀ ਅੱਛਾ। ਜੋ ਮੇਰੇ ਲਈ ਮੈਨੂੰ ਲੱਗਦਾ ਗਲਤ ਹੈਗਾ ਤਾਂ ਉਹ ਗਲਤ ਹੀ ਹੈ, ਉਹ ਸਭ ਨੂੰ ਪਤਾ ਹਾਂਜੀ ਗਲਤ, ਪਰ ਕੋਈ ਬੋਲਦਾ ਨਹੀਂ ਹੈ ਉਹਨਾਂ ਦੇ ਅਗੇਂਸਟ। ਤਾਂ ਹਾਂਜੀ ਉਹ ਹਾਂ, ਚੀਜ਼ ਉਵੇਂ ਹੀ ਅੱਖਾਂ ਚੱਲਦੀ ਰਹਿਣੀ ਹੈ। ਕਬੂਤਰ ਵਾਂਗੂ ਅੱਖਾਂ ਮੀਟ ਕੇ ਬੈਠੇ ਆ ਅਫਸਰ ਵੀ, ਹਾਂਜੀ ਪੋਲੀਟੀਸ਼ੀਅਨ ਵੀ, ਸਾਰੇ ਹੈ ਨਾ। ਔਰ ਉਹਦੇ ਵਿੱਚ ਜ਼ਿਆਦਾ ਦੇਖੋ ਹੋ ਸਕਦਾ ਕਿ ਮੈਂ ਕੁਛ ਨਾ ਕਰ ਪਾਇਆ ਹੋਵਾਂ, ਪਰ ਇੱਕ ਵਾਰੀ ਸਭ ਦੀਆਂ ਅੱਖਾਂ ਜ਼ਰੂਰ ਖੁੱਲ੍ਹ ਗਈਆਂ ਹੈਗੀਆਂ ਕਿ ਹਾਂ ਇਹ ਹੋ ਸਕਦਾ। ਹੋ ਤਾਂ ਸਕਦਾ। ਅੱਜ ਮੈਂ ਹੈਗਾ ਤੇ ਕੱਲ੍ਹ ਨੂੰ ਕੋਈ ਹੋਰ ਵੀ ਇਸ ਤਰ੍ਹਾਂ ਦਾ ਮੇਰੇ ਨਾਲ ਵੀ ਜ਼ਿਆਦਾ ਬੋਲਡ ਬੰਦਾ ਆ ਸਕਦਾ ਹੈ, ਜਿਹੜਾ ਕਿ ਇਹਨੂੰ ਹੋਰ ਜ਼ਿਆਦਾ ਹਾਈਲਾਈਟ ਕਰਕੇ ਐਟਲੀਸਟ ਗੌਰਮੈਂਟ ਦੀ ਨਜ਼ਰ 'ਚ ਤਾਂ ਇਹ ਆ ਹੀ ਗਿਆ ਨਾ ਕਿ ਘੱਟੋ ਘੱਟ ਕੀ ਕੀ ਹੋ ਰਿਹਾ ਹੈਗਾ। ਜੇ ਕੋਈ ਉਹ ਹਾਂਜੀ ਹਾਂਜੀ ਇਲੈਕਸ਼ਨਾਂ ਮੈਨੀਪੂਲੇਟ ਹੋ ਰਹੀਆਂ ਹੈ ਜਾਂ ਕੋਈ ਬੈਨੀਫਿਟਸ ਇੱਧਰ ਉੱਧਰ ਹੋ ਰਹੇ ਨੇ, ਤਾਂ ਉਹ ਕਿਉਂ ਹੋ ਰਹੇ ਨੇ। ਔਰ ਮੈਂ ਤਾਂ ਇਹ ਵੀ ਸੁਝਾਅ ਦਿੱਤਾ ਸੀ ਕਿ ਜਿਹੜੀਆਂ ਸਾਰੀਆਂ ਕਾਊਂਸਲਸ ਖੋਲ੍ਹੀਆਂ ਹੋਈਆਂ ਇਹਨਾਂ ਦੇ ਵਿੱਚ ਇਲੈਕਸ਼ਨ ਹੋਣੇ ਨਹੀਂ ਚਾਹੀਦੇ। ਅੱਛਾ ਕਿਉਂਕਿ ਜਦੋਂ ਇਲੈਕਸ਼ਨ ਹੁੰਦੇ ਆ ਕਿਸੇ ਵੀ ਕਾਊਂਸਲ ਦੇ ਜਾਂ ਕਿਸੇ ਵੀ ਇਸ ਤਰ੍ਹਾਂ ਦੀ ਐਸੋਸੀਏਸ਼ਨ ਦੇ, ਤਾਂ ਉਹਦੇ ਵਿੱਚ ਜਿਹੜੇ ਬੰਦੇ ਕਾਬਜ ਹੁੰਦੇ ਆ ਤਾਂ ਆਪਣੇ ਅਹੁਦੇਦਾਰ ਬਣਦੇ ਆ, ਉਹਨਾਂ ਦੀ ਟੈਂਡੈਂਸੀ ਇਹ ਹੁੰਦੀ ਹੈ ਕਿ ਜਿਹੜੇ ਦੂਜੇ ਹੈਗੇ ਉਹਨਾਂ ਨੂੰ ਥੱਲੇ ਲਾ ਲਓ। ਅੱਛਾ ਹਾਲਾਂਕਿ ਅੱਛਾ ਅੱਛਾ ਕੰਮ ਅੱਛਾ। ਐਕਸਪੋਰਟ ਹਾਂ ਹਾਂ ਪ੍ਰਮੋਸ਼ਨ ਦਾ ਹੈਗਾ, ਤੇ ਐਕਸਪੋਰਟ ਪ੍ਰਮੋਸ਼ਨ ਦਾ ਕੰਮ ਹੈਗਾ ਦਾ ਮਤਲਬ ਕਿ ਤੁਸੀਂ ਐਕਸਪੋਰਟ ਪ੍ਰਮੋਟ ਕਰਨੀ ਹੈ, ਸਾਰਿਆਂ ਵਾਸਤੇ ਕਰਨੀ ਹੈ। ਜੇ ਤੁਸੀਂ ਬਣ ਗਏ ਲਓ। ਹੈਗੇ ਤਾਂ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਬਾਕੀਆਂ ਦਾ ਕੰਮ ਬੰਦ ਕਰ ਦਿਓ। ਤਾਂ ਹਾਂ ਯੈਸ। ਇਹ ਨਾਰਮਲ ਟੈਂਡੈਂਸੀ ਇਹੀ ਰਹਿੰਦੀ ਹੈਗੀ ਹੈ। ਇਹਦੇ ਵਿੱਚ ਮੈਂ ਦੇਖਿਆ, ਮੈਂ ਤਾਂ ਪਿਛਲੇ 23 ਸਾਲ 'ਚ ਇਹੀ ਦੇਖਿਆ। ਤਾਂ ਹਾਂਜੀ ਉਹ ਮੈਂ ਰਿਕਮੈਂਡ ਕੀਤਾ ਸੀ ਕਿ ਤੁਸੀਂ ਇਹਨੂੰ ਕਿਸੇ ਤਰੀਕੇ ਇਲੈਕਸ਼ਨਾਂ ਖਤਮ ਕਰਕੇ ਜਿਹੜੇ ਅੱਛੇ ਪਰਫਾਰਮਰ ਹੈਗੇ ਐਕਸਪੋਰਟਰ, ਉਹਨਾਂ ਨੂੰ ਆਟੋਮੈਟਿਕਲੀ ਇਹਨਾਂ ਨੂੰ ਇਸ ਅਹੁਦਿਆਂ ਦੇ ਉੱਤੇ ਬਿਠਾਓ, ਤਾਂ ਜੋ ਉਹ ਆਉਣ ਆ ਕੇ ਉਹ ਗਾਈਡ ਕਰਨ। ਇੱਕ ਇੱਕ ਸਾਲ ਦਾ ਰੋਸਟਰ ਬਣਾ ਲੈਣਾ ਨਾ, ਉੱਥੇ ਉਹ ਇੱਕ ਇੱਕ ਸਾਲ ਬਾਅਦ ਚੇਂਜ ਹੋਈ ਜਾਣ ਕੁਛ ਜਿਹੜੇ ਇੰਟੈਗ੍ਰਿਟੀ ਵਾਲੇ ਆ। ਹਾਂਜੀ ਹੁਣ ਤਾਂ ਇਹਨਾਂ ਨੇ ਵੈਸੇ 2 ਸਾਲ ਦਾ ਕਰਤਾ ਹੈਗਾ ਕਿ ਇਲੈਕਸ਼ਨ ਜਿਹੜੀ ਹੁੰਦੀ ਅੱਛਾ ਹੈ 2 2 ਸਾਲ। ਸਾਲ ਤੋਂ ਬਾਅਦ ਉਹ ਚੇਂਜ ਹੋਈ ਜਾਣਾ ਬੰਦਾ। ਅੱਛਾ ਤੇ ਅੱਛਾ। ਪਰ ਉਹ ਵੀ ਹਜੇ ਉਹਦੇ 'ਚ ਵੀ ਕਈ ਕੁਛ ਹੈਗਾ ਕਰਨ ਵਾਲਾ, ਇਟ ਵਿਲ ਟੇਕ ਸਮ ਟਾਈਮ, ਪਰ ਹੋ ਜਾਏਗਾ ਹੌਲੀ ਹੌਲੀ। ਅੱਗੇ ਨੂੰ ਅੱਛਾ ਕਾਫੀ ਕੁਛ ਅੱਛਾ ਹੋ ਗਿਆ, ਜਿੱਦਾਂ ਔਨਲਾਈਨ ਸਾਰਾ ਕੁਛ ਹੋਣ ਕਰਕੇ ਵੀ ਕਾਫੀ ਫਰਕ ਪਿਆ ਹੈਗਾ। ਤੇ ਪਰ ਹਾਂਜੀ ਜਿੰਨੀ ਦੇਰ ਉਹ ਕਹਿੰਦੇ ਨਾ ਕਿ ਜਿਹੜੀਆਂ ਆਦਤਾਂ ਪਈਆਂ ਹੁੰਦੀਆਂ ਪੁਰਾਣੀਆਂ, ਜਿੰਨੀ ਦੇਰ ਪੁਰਾਣੇ ਬੰਦੇ ਜਿਹੜੇ ਹੈਗੇ ਆ ਉਹ ਰਿਟਾਇਰ ਨਹੀਂ ਹੁੰਦੇ ਹੈਗੇ, ਤੇ ਉਹਨਾਂ ਨੂੰ ਨਵੇਂ ਬੰਦਿਆਂ ਨੂੰ ਮੌਕਾ ਨਹੀਂ ਮਿਲਦਾ ਹੈਗਾ। ਉਹ ਵੀ ਜੇ ਹਾਂਜੀ ਇਮਾਨਦਾਰ ਹੋਣਗੇ ਤਾਂ, ਇਹ ਨਹੀਂ ਕਿ ਉਹ ਨਵੇਂ ਹਾਂ ਬੰਦੇ ਆ ਕੇ ਫਿਰ ਉੱਦਾਂ ਦੇ ਕੰਮ ਸ਼ੁਰੂ ਹੋ ਜਾਣ। ਫਿਰ ਉਹ
ਹਾਂਜੀ, ਹਾਂਜੀ ਉਹ ਚੀਜ਼ ਥੋੜ੍ਹੀ ਜਿਹੀ ਹਰੇਕ ਬੰਦੇ ਨੂੰ ਬਲਕਿ ਸੋਚਣੀ ਪਏਗੀ, ਕਿਉਂਕਿ ਜਿਹੜੀਆਂ ਇਹ ਐਕਸਪੋਰਟ ਪ੍ਰਮੋਸ਼ਨ ਕਾਊਂਸਲਸ ਹੈਗੀਆਂ ਜਾਂ ਇਸ ਤਰ੍ਹਾਂ ਦੇ ਹੋਰ ਅਦਾਰੇ ਵੀ ਹੈਗੇ ਗਵਰਨਮੈਂਟ ਦੇ, ਉਹਨਾਂ ਵਿੱਚ ਹੂੰ ਕਾਫੀ ਬਲਕਿ ਸਕੋਪ ਹੈ ਕਿ ਤੁਸੀਂ ਬਹੁਤ ਵਧੀਆ ਕੰਮ ਕਰਕੇ ਐਕਸਪੋਰਟ ਨੂੰ ਪ੍ਰਮੋਟ ਕਰ ਸਕਦੇ ਹੋ। ਮੈਂ ਸਟੇਟ ਗਵਰਨਮੈਂਟ ਨੂੰ ਵੀ ਕਿਹਾ ਸੀ ਕਿ ਤੁਸੀਂ ਆਪਣੀ ਇੱਕ ਕਾਊਂਸਲ ਬਣਾਓ, ਅੱਛਾ ਇਹਦੇ ਵਿੱਚ ਉਹਦੇ 'ਚ ਤੁਸੀਂ ਸਟੇਟ ਨੂੰ ਘੱਟੋ ਘੱਟ ਜਿਹੜੇ ਐਕਸਪੋਰਟਰ ਹੈਗੇ ਆ ਸਾਰੀਆਂ ਨਾਟ ਇੰਜੀਨੀਅਰਿੰਗ ਓਨਲੀ, ਆਪਣੇ ਹੈਂਡ ਹਾਂ ਟੂਲ ਹਾਂ ਹਾਂ ਠੀਕ ਹੈਗੇ ਆ, ਹੈ, ਪਲੱਸ ਮਤਲਬ ਜਿਹੜੇ ਲੈਦਰ ਹੈ, ਐਕਸਪੋਰਟਰ ਪਲੱਸ ਉਹਨਾਂ ਨੂੰ ਇੱਕ ਗੁੱਡਸ। ਸਟੇਟ ਵੱਲੋਂ ਪਲੇਟਫਾਰਮ ਮਿਲ ਜਵੇ ਮਤਲਬ। ਹਾਂਜੀ ਹਾਂਜੀ ਹਾਂਜੀ, ਤਾਂ ਜੋ ਉਹਦੇ 'ਚ ਜਿੰਨੀ ਐਫਰਟ ਮੈਂ ਇੱਥੇ ਇੱਕ ਕਾਊਂਸਲ ਵਾਸਤੇ ਕੀਤੇ ਹੈਗੇ ਆ, ਉਹਦੇ 'ਚ ਮੈਨੂੰ ਅਲਟੀਮੇਟ ਜਿਹੜਾ ਬੈਨੀਫਿਟ ਇਹ ਹੋਇਆ ਕਿ ਮੈਨੂੰ ਟ੍ਰਾਂਸਫਰ ਕਰਕੇ ਉੱਥੇ ਦਿੱਲੀ ਬਿਠਾ ਲਿਆ। ਤਾਂ ਉਹ ਅੱਗੋਂ ਹੁਣ ਪਤਾ ਨਹੀਂ ਉਹਦਾ ਕੀ 4 ਸਾਲ ਮੈਂ ਕਿੱਦਾਂ ਕੱਢਣੇ ਆ, ਪਰ ਹੂੰ ਇੱਕ ਜੇ ਆਪਣੀ ਕਾਊਂਸਲ ਦੇ ਵਿੱਚ ਬੰਦਾ ਬੈਠ ਕੇ ਇੱਦਾਂ ਦਾ ਕੰਮ ਕਰਦਾ ਹੈਗਾ, ਹਾਲਾਂਕਿ ਟੋਟਲ ਜਿਹੜੇ ਐਕਸਪੋਰਟਰ ਹੈਗੇ ਆ ਪੰਜਾਬ ਦੇ, ਉਹਨਾਂ 'ਚੋਂ ਕੋਈ ਇੱਕ ਬੰਦਾ ਵੀ ਨਹੀਂ ਇਹ ਕਹਿੰਦਾ ਹੈਗਾ ਕਿ ਮੇਰੇ ਅਗੇਂਸਟ ਕੁਝ ਨਹੀਂ ਬੋਲਦਾ, ਕਿਉਂਕਿ ਉਹਨਾਂ ਨੂੰ ਪਤਾ ਹੂੰ ਹੈਗਾ ਕਿ ਮੈਂ ਕਿੱਦਾਂ ਕੰਮ ਕਰਦਾ। ਅੱਜ ਵੀ ਮੇਰਾ ਅੱਛਾ ਸਟਾਈਲ ਉਹੀ ਕੰਮ ਕਰਨ ਦਾ। ਤਾਂ ਹੂੰ ਪਰ ਉਹਦੇ 'ਚ ਕਈ ਬੰਦਿਆਂ ਨੂੰ ਇਹ ਚੀਜ਼ਾਂ ਹਜਮ ਨਹੀਂ ਹੁੰਦੀਆਂ। ਹਾਂ ਨਹੀਂ, ਜਦੋਂ ਇਹ ਤੁਹਾਡੇ ਜਿਹੜੇ ਜੂਨੀਅਰ ਪ੍ਰਮੋਟ ਕੀਤੇ ਹੈਗੇ, ਤੁਸੀਂ ਫਿਰ ਫਾਰਮਲੀ ਰਿਪਰੈਜ਼ੈਂਟ ਨਹੀਂ ਕੀਤਾ? ਮਤਲਬ ਬੜੇ ਪਲੇਟਫਾਰਮ ਹੁੰਦੇ ਆ ਉੱਪਰ ਤੇ ਉੱਪਰ, ਜਿਹਦੇ ਵਿੱਚ ਤੁਸੀਂ ਕਹੋ ਵੀ ਮੇਰੀ ਵੀ ਪ੍ਰਮੋਸ਼ਨ ਇਹਦੇ ਨਾਲ ਹੋਣੀ ਚਾਹੀਦੀ, ਇੱਦਾਂ ਦਾ ਸਟੈਪ ਨਹੀਂ ਲਿਆ ਜਦ ਕੋਈ ਸੋਚ ਰਹੇ ਹੋ? ਹਾਂਜੀ, ਪ੍ਰਮੋਸ਼ਨ ਤਾਂ ਹੁਣ ਵੀ ਮੈਨੂੰ ਇਹੀ ਕਹਿ ਕੇ ਲੈ ਕੇ ਗਏ ਸੀਗੇ ਦਿੱਲੀ ਕਿ ਯੂ ਵਿਲ ਬੀ ਪ੍ਰਮੋਟਡ। ਅੱਛਾ ਮਾਰਚ ਵਿੱਚ ਮੇਰੀ ਪ੍ਰਮੋਸ਼ਨ ਡਿਊ ਸੀ, ਪਰ ਫੋਰਚੂਨੇਟਲੀ ਕਹਿ ਲਓ ਜਾਂ ਅਨਫੋਰਚੂਨੇਟਲੀ ਕਹਿ ਲਓ, ਹਾਂ ਕੋਵਿਡ ਦਾ ਚੱਕਰ ਹੋ ਗਿਆ ਸ਼ੁਰੂ। ਉਦੋਂ ਬਾਅਦ 'ਚ ਹਾਂ ਇੱਕ ਕੋਵਿਡ ਦਾ ਬਹਾਨਾ ਹੋ ਗਿਆ ਕਿ ਵੀ ਕਿਸੇ ਦੀ ਪ੍ਰਮੋਸ਼ਨ ਹੋ ਰਹੀ ਹੈਗੀ, ਇਸ ਲਈ ਤੁਹਾਡੀ ਵੀ ਨਹੀਂ ਕਰ ਰਹੇ। ਹਾਂ ਹੂੰ ਅੱਛਾ, ਇੱਕ ਜੋ ਪ੍ਰਾਈਮ ਮਿਨਿਸਟਰ ਪੋਰਟਲ ਤੇ ਤੁਸੀਂ ਪਾਇਆ ਹੈਗਾ, ਹਾਂਜੀ, ਮਤਲਬ ਉੱਥੋਂ ਤਾਂ ਠੀਕ ਰਿਸਪੌਂਸ ਮਿਲਿਆ ਹੈ ਨਾ? ਕਿਉਂਕਿ ਪ੍ਰਾਈਮ ਮਿਨਿਸਟਰ ਉੱਥੋਂ ਤਾਂ ਐਕਚੁਅਲੀ ਮੈਂ ਇੰਡੀਆ ਦੀ ਸੋਚਦਾ ਜੀ ਅਥਾਰਟੀ ਆ ਕਿ ਨਾ, ਮਤਲਬ ਉਹਦੇ ਤੋਂ ਤਾਂ ਉੱਪਰ ਹੈ ਹੀ ਕੋਈ ਨਹੀਂ। ਹਾਂਜੀ, ਅਥਾਰਟੀ ਠੀਕ ਹੈ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਲੀਕੇਜਸ ਹੈਗੀਆਂ ਨੇ, ਅੱਛਾ ਕਿਉਂਕਿ ਉਹ ਕੀ ਕਰਦੇ ਹੈਗੇ ਆ, ਜਿਸ ਤਰ੍ਹਾਂ ਪੀਜੀ ਪੋਰਟਲ ਹੈਗਾ ਤਾਂ ਉਹ ਅੱਗੇ ਮਿਨਿਸਟਰੀ ਆਫ ਕਮਰਸ ਨੂੰ ਅੱਗੇ ਫਾਰਵਰਡ ਕਰ ਦਿੰਦੇ ਆ ਵੀ ਦਿਸ ਇਜ਼ ਦਾ ਹਾਂ ਕੰਪਲੇਂਟ। ਉਹ ਤਾਂ ਨੈਚੁਰਲੀ ਹਾਂ ਹਾਂ ਹਾਂਜੀ ਉਹ ਹਾਂਜੀ ਅਲਟੀਮੇਟਲੀ ਉੱਥੇ ਆ ਜਾਣੀ ਜਿਹੜੇ ਬੰਦੇ ਆਲਰੇਡੀ ਡੀਲ ਕਰ ਰਹੇ ਨੇ ਕਾਊਂਸਲ ਦੇ ਨਾਲ। ਉਹ ਅੱਛਾ ਅੱਛਾ, ਇਹ ਵੀ ਹੋ ਫਿਰ ਸਕਦੀ ਚਾਂਸਸ ਆ, ਹੈਗੀ। ਹਾਂਜੀ, ਉਹ ਫਿਰ ਸਾਰੀ ਚੀਜ਼ ਜਿਹੜੀ ਹੈਗੀ ਆ। ਅਦਰਵਾਈਜ਼ ਤਾਂ ਵਾਈ ਦੇ ਸ਼ੁੱਡ ਡੂ ਲਾਈਕ ਦਿਸ ਕਿ ਇਨਕੁਆਇਰੀ ਖੋਲ ਦਿਓ ਜੀ, ਤੇ ਫਿਰ ਪ੍ਰਮੋਸ਼ਨ ਰੋਕ ਦਿਓ ਜੀ, ਤੇ ਫਿਰ ਟ੍ਰਾਂਸਫਰ ਕਰ ਦਿਓ ਜੀ। ਇਹ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨਹੀਂ ਹੋਣੀਆਂ ਚਾਹੀਦੀਆਂ। ਹਾਂਜੀ 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 ਹਾਲਾਂਕਿ ਹਾਂਜੀ ਮੈਂ ਤਾਂ ਵੈਸੇ ਇਹ ਵੀ ਸੋਚਿਆ ਸੀ ਕਿ ਮੈਂ ਕਿਹਾ ਵੀ ਲੈਟ ਅਸ ਸੀ ਕਿ ਵੀ ਜੇ ਤਾਂ ਕੁਝ ਹੁੰਦਾ ਤਾਂ ਠੀਕ ਆ, ਅਦਰਵਾਈਜ਼ ਆਈ ਹੈਵ ਟੂ ਰਾਈਟ ਫॉर द ਲਾਸਟ ਟਾਈਮ ਟੂ ਦ ਪ੍ਰਾਈਮ ਮਿਨਿਸਟਰ ਪੋਰਟਲ ਅਗੇਨ, ਕਿ ਵੀ ਹਾਂ ਨਹੀਂ ਇਹ ਨਹੀਂ ਮੈਨੂੰ ਨਹੀਂ, ਤੁਹਾਡੇ ਬਿਲਕੁਲ ਪੋਰਟਲ ਤੇ ਲਿਖਣ ਬਿਲਕੁਲ ਦਾ ਫਾਇਦਾ ਹਾਂ ਹੋਇਆ ਹਾਂ ਜੀ। ਬਿਲਕੁਲ, ਜੇ ਕਿਤੇ ਵੀ ਤੁਹਾਨੂੰ ਲੱਗਦੀ ਹੈਗੀ ਯੂ ਆਰ ਐਟ ਲਿਬਰਟੀ ਟੂ ਰਾਈਟ ਔਨ ਪੋਰਟਲ ਅਗੇਨ। ਅੱਛਾ, ਹਾਂਜੀ ਹਾਂਜੀ ਅਖੀਰ ਵਿੱਚ ਦੇਖੋ, ਇਹ ਜਿਹੜਾ ਚੰਗੇ ਤਾਂ ਮਾੜੇ ਬੰਦੇ ਸੁਸਾਇਟੀ ਦੇ ਅਨਸਰ, ਇਹ ਤਾਂ ਸ਼ੁਰੂ ਤੋਂ ਹੀ ਚੱਲੇ ਆਉਂਦੇ ਹੈਗੇ ਆ, ਗਾਂ ਵੀ ਚੱਲੀ ਜਾਣੇ ਹੈਗੇ ਆ, ਪਰ ਹਾਂਜੀ ਇੱਕ ਜਿਹੜਾ ਸੱਚਾ ਸੁੱਚਾ ਬੰਦਾ ਜਿਹਦੀ ਇੱਕ ਟਰਾਂਸਪੇਰੈਂਟ ਰਹਿਣਾ ਚਾਹੁੰਦਾ ਹੈਗਾ, ਉਹਨੂੰ ਕੋਈ ਇਸ ਤਰ੍ਹਾਂ ਸਨੱਬ ਕਰਨੇ ਦੀ ਕੋਸ਼ਿਸ਼ ਕਰੇ, ਹਾਂਜੀ ਜਾਂ ਗਾਂ ਹੋਰ ਵੀ ਜਿਹੜਾ ਕੋਈ ਆਫਿਸਰ ਇਸ ਤਰ੍ਹਾਂ ਨੀਟ ਐਂਡ ਕਲੀਨ ਰਹਿ ਕੇ ਆਪਣਾ ਕੰਮ ਕਰਨਾ ਚਾਹੁੰਦਾ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਿਸਟਮ ਨਾਲ ਕੰਪਰੋਮਾਈਜ਼ ਕਰ ਲੈਣ, ਜਾ ਕੇ ਥੋੜਾ ਬਹੁਤਾ ਲੜਨ ਦੀ ਵੀ ਹਿੰਮਤ ਰੱਖਣੀ ਚਾਹੀਦੀ ਹੈ। ਦੇਖੋ ਜੀ, ਐਕਚੁਅਲੀ ਕਹਿੰਦੇ ਹੁੰਦੇ ਆ ਨਾ ਕਿ ਜ਼ਰੂਰੀ ਹੈਗਾ ਕਿ ਜਿਸ ਤਰ੍ਹਾਂ ਦਾ ਉਹ ਕਹਿੰਦੇ ਆ, ਗੰਗਾ ਗਏ ਤਾਂ ਗੰਗਾ ਰਾਮ ਤੇ ਜਮਨਾ ਗਏ ਤਾਂ ਜਮਨਾ ਰਾਮ। ਤਾਂ ਪਰ ਤੁਸੀਂ ਆਪਣੀ ਹਾਂਜੀ ਜਿਹੜੀ ਜੇ ਅਲੱਗ ਪਹਿਚਾਣ ਬਣਾਉਣੀ ਹੈ ਇੱਕ, ਜੇ ਤੁਸੀਂ ਉਪਿੰਦਰ ਸਿੰਘ ਤਾਂ ਹੋਰ ਵੀ ਬਹੁਤ ਹੋਣਗੇ, ਤਾਂ ਜੇ ਤੁਸੀਂ ਆਪਣੀ ਇੱਕ ਅਲੱਗ ਪਹਿਚਾਣ ਬਣਾਉਣੀ ਹੈ ਤਾਂ ਤੁਹਾਨੂੰ ਇੱਕ ਯੂਨੀਕਨੈਸ ਇਸ ਤਰ੍ਹਾਂ ਦੀ ਆਪਣੇ ਆਪ ਦੇ ਵਿੱਚ ਲੈ ਕੇ ਆਉਣੀ ਪਊਗੀ ਕਿ ਤੁਸੀਂ ਹਾਂ ਆਪਣੇ ਮਨ ਨੂੰ ਜੋ ਤੁਹਾਨੂੰ ਚੰਗਾ ਨਹੀਂ ਲੱਗਦਾ ਉਹ ਕੰਮ ਨਾ ਕਰੋ। ਹਾਂ ਬਿਲਕੁਲ ਠੀਕ ਠੀਕ ਠੀਕ। ਕਿਉਂਕਿ ਮਨ ਨੂੰ ਚੰਗਾ ਸਿਰਫ ਉਹੀ ਕੰਮ ਨਹੀਂ ਲੱਗਦਾ ਜੀ ਜਿਹਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ। ਹੋਲ ਹਾਂਜੀ ਹਾਰਟਡਲੀ ਹਾਂਜੀ ਤੁਸੀਂ ਕਿਸੇ ਚੀਜ਼ ਨੂੰ ਜਸਟੀਫਾਈ ਨਹੀਂ ਕਰ ਸਕਦੇ। ਤੁਸੀਂ ਬ੍ਰਾਈਬ ਹੂੰ ਲੈਂਦੇ ਹੋ, ਤੁਸੀਂ ਜਸਟੀਫਾਈ ਨਹੀਂ ਕਰ ਸਕਦੇ। ਤੁਸੀਂ ਕਿਸੇ ਦਾ ਹਾਂਜੀ ਕੰਮ ਕਾਟਦੇ ਹੋ, ਤੁਸੀਂ ਜਸਟੀਫਾਈ ਨਹੀਂ ਕਰ ਸਕਦੇ। ਤੁਸੀਂ ਵੀ ਰੈਸਟਲੈਸ ਹੁੰਦੇ ਹੋ ਨਾਲ। ਤਾਂ ਇਹ ਚੀਜ਼ਾਂ ਨੂੰ ਹਾਂਜੀ ਨਾ ਹਾਂ ਕਰੋ। ਜੇ ਕਿਸੇ ਦਾ, ਹਾਂਜੀ ਹਾਲਾਂਕਿ ਦੇਖੋ, ਮੈਂ ਕੰਪਲੇਂਟ ਕੀਤੀ, ਸਭ ਕੁਝ ਕੀਤੀ, ਪਰ ਇਹ ਨਹੀਂ ਹੈ ਕਿ ਮੈਂ ਉਹਨਾਂ ਦੇ ਅਗੇਂਸਟ ਹਾਂ। ਮੈਂ ਹਜੇ ਵੀ ਉਹਨਾਂ ਨਾਲ ਮੇਰੀ ਗੱਲਬਾਤ ਚੱਲਦੀ ਹੈ, ਸਭ ਕੁਝ ਹੁੰਦਾ ਹੈਗਾ, ਵਿਸ਼ ਵੀ ਕਰਦੇ ਅੱਛਾ ਹਾਂ, ਸਭ ਕੁਝ ਹੁੰਦਾ ਹੈ। ਪਰ ਇੱਕ ਮੈਂ ਆਪਣੇ ਮਨ ਨੂੰ ਇਹ ਸਮਝਦਾ ਕਿ ਹਲਕਾ ਕਰ ਲਿਆ ਕਿ ਵੀ ਹਾਂ ਮੈਂ ਕੀਤਾ। ਪਰ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਐਡਵਾਈਸ ਹੈ ਜੀ ਕਿ ਇੱਕ ਟੈਬ ਜ਼ਰੂਰ ਲੱਗ ਜਾਂਦਾ ਤੁਹਾਡੇ ਨਾਂ ਦੇ ਨਾਲ, ਟੈਗ, ਕਿ ਵੀ ਹਾਂ ਇਹ ਬੰਦਾ ਜਿਹੜਾ ਇਹ ਕੰਪਲੇਨੈਂਟ ਹੈਗਾ, ਇਹ ਬਸ ਜਿਹਨੂੰ ਆਪਾਂ ਕਹਿ ਦਿੰਦੇ ਨਾ ਕਿ ਸ਼ਿਕਾਇਤੀ ਟੱਟੂ ਹੈ, ਰਾਜਦੀ ਡੱਟੂ। ਉਹ ਇੱਕ ਟੈਗ ਅੱਛਾ, ਤੁਹਾਡੇ ਇੱਕ ਨਾਲ ਲਾਸਟ ਚੱਲਦਾ। ਗੱਲ ਹੈ, ਇਹ ਚਲੋ ਉੱਪਰ ਵਾਲੇ ਤਾਂ ਜਿਹੜੇ ਥੱਲੇ ਦੇ ਆਫਿਸਰ, ਉਹ ਵੀ ਇਦਾਂ ਦੇ ਗੋਰਖ ਧੰਦੇ ਵਿੱਚ ਸ਼ਾਮਲ ਹੁੰਦੇ ਹੈਗੇ?
ਜਾਂ ਚੇਨ ਬਣੀ ਹੁੰਦੀ ਕੀ? ਹਾਂਜੀ, ਐਕਚੁਅਲੀ ਪ੍ਰੋਬਲਮ ਹੀ ਇੱਥੇ ਆਉਂਦੀ ਹੈ ਕਿ ਕਈ ਤਾਂ ਡਰਦੇ ਬਣੇ ਹੁੰਦੇ ਆ। ਕਈਆਂ ਨੂੰ ਤਾਂ ਦੇਖੋ ਉਹਨਾਂ ਅੱਛਾ ਨੂੰ ਵੀ ਹਰੇਕ ਦੀਆਂ ਫੈਮਿਲੀਜ਼ ਹੁੰਦੀਆਂ, ਹਰੇਕ ਬੰਦਾ ਫੈਮਿਲੀ ਦੇ ਪ੍ਰੈਸ਼ਰ ਅੰਡਰ ਹੁੰਦਾ, ਕਈਆਂ ਦੀਆਂ ਮਜਬੂਰੀਆਂ ਹੁੰਦੀਆਂ। ਡਿਸਟਰਬ ਕਰਾਂ, ਆਰਾਮ ਕਰਾਂ। ਹਾਂ, ਹਾਂਜੀ ਹਾਂਜੀ। ਹਾਂਜੀ, ਉਹ ਫਿਰ ਕਹਿੰਦੇ ਆ ਕਿ ਮੈਂ ਆਪਣੀ ਆਰਾਮ ਨਾਲ ਸਰਵਿਸ ਕਰ ਰਿਹਾ, ਇੰਨੇ ਸਾਲ ਹੋ ਗਏ ਆ, ਹੁਣ ਕੱਢ ਲਓ 4-5 ਸਾਲ ਜਿਹੜੇ ਰਹਿ ਗਏ, ਕੀ ਕਰਨਾ ਹੈ? ਉਹ ਬੰਦਾ ਕੋਈ ਵੀ ਪੰਗਾ ਨਹੀਂ ਲੈਣ ਨੂੰ ਤਿਆਰ ਹੁੰਦਾ। ਔਰ ਇਹ ਨਹੀਂ ਹੈਗਾ ਕਿ ਸਾਡੇ ਆਫਿਸਰ ਜਿਹੜੇ ਹੈਗੇ ਬੜੇ ਖੁਸ਼ ਹੈਗੇ ਆ ਸਾਰੇ ਹੀ। ਬਹੁਤ ਸਾਰੇ ਹਾਂ ਆਫਿਸਰ ਇੱਦਾਂ ਦੇ ਹੈਗੇ ਆ ਜਿਹੜੇ ਕਿ ਹਜੇ ਕਿ ਮੇਰੀ ਸਾਰੇ ਰਿਸਪੈਕਟ ਇਸ ਕਰਕੇ ਕਰਦੇ ਆ ਕਿ ਮੈਂ ਇਹ ਪੰਗਾ ਲਿਆ। ਹਾਂ ਤਾਂ ਉਹ ਉਹਨਾਂ ਨੂੰ ਪਤਾ ਵੀ ਹੈ ਕਿ ਔਰ ਮੇਰੇ ਕੋਲ ਕਈਆਂ ਦੇ ਫੋਨ ਵੀ ਆਉਂਦੇ ਜਦੋਂ ਕੋਈ ਗਲਤੀ ਹੁੰਦੀ ਹੈ ਜਾਂ ਕੁਝ ਕਰਦੇ ਹੈਗੇ ਉਲਟਾ ਸਿੱਧਾ, ਤਾਂ ਮੈਨੂੰ ਸਾਰਾ ਕੁਝ ਇਨਫੋਰਮੇਸ਼ਨ ਮਿਲਦੀ ਰਹਿੰਦੀ ਹੈ। ਆਫਿਸਰ ਪੂਰਾ ਕੋਆਪਰੇਟ ਵੀ ਕਰਦੇ ਜਿਹੜੇ, ਪਰ ਉਹ ਡਰਦੇ ਬੋਲ ਨਹੀਂ ਸਕਦੇ। ਕਈਆਂ ਦੇ ਉਹ ਸਭ ਬੰਦੇ ਉਹ ਕਹਿੰਦੇ ਆ ਨਾ ਕਿ ਉਹ ਉਸ ਤਰ੍ਹਾਂ ਦੇ ਮਨ ਵਾਲੇ ਨਹੀਂ ਹੁੰਦੇ, ਸਖਤ ਮਨ ਵਾਲੇ ਨਹੀਂ ਹੁੰਦੇ ਕਿ ਇਸ ਸਟੇਜ 'ਤੇ ਜਾ ਕੇ ਤੁਸੀਂ ਆਪਣਾ ਇਸ ਸਿਸਟਮ ਦੇ ਨਾਲ ਪੰਗਾ ਲੈ ਸਕੋ ਕੋਈ ਇਸ ਤਰ੍ਹਾਂ ਦਾ, ਜਿਹਦੇ ਨਾਲ ਤੁਹਾਨੂੰ, ਤੁਹਾਡੀ ਫੈਮਿਲੀ ਨੂੰ ਜਾਂ ਤੁਹਾਡੇ ਹੋਰ ਪਰਿਵਾਰ ਨੂੰ ਕੋਈ ਮੁਸੀਬਤ ਆ ਸਕਦੀ ਹੈ ਇਸ ਤਰ੍ਹਾਂ ਦੀ, ਜਾਂ ਤੁਹਾਡੀ ਇਨਸਿਕਿਉਰਿਟੀ ਤੁਹਾਡੇ ਲਈ ਪੈਦਾ ਹੋ ਸਕਦੀ ਹੈ। ਪਰ ਮੈਂ ਸੋਚਦਾ ਜੀ ਕਿ ਚਲੋ ਜੇ ਹੁਣ ਜੀ, ਉਹ ਬਹੁਤ ਚੰਗੇ ਸੋਹਣੀਆਂ ਪਾਸੇ। ਗੱਲਾਂ ਕਹੀਆਂ, ਪਰ ਤੁਸੀਂ ਤੁਹਾਡੇ 4 ਸਾਲ ਰਹਿੰਦੇ ਆ, ਕੋਈ VRS ਲੈਣੇ ਦੀ ਲੋੜ ਨਹੀਂ। ਜਿੰਨੀਆਂ ਤੁਹਾਡੀਆਂ ਸਰਕਾਰ ਦੀਆਂ ਵਧੀਆ ਤਰੀਕੇ ਨਾਲ ਤੁਸੀਂ 4 ਸਾਲ ਪੂਰੀ ਕਰੋ ਤੇ ਬੜੇ ਮਜ਼ੇ ਨਾਲ ਰਿਟਾਇਰ ਹੋਵੋ। ਉਹ ਆਪਣੇ ਜੋ ਤੁਸੀਂ ਸਟੈਂਡ ਲਿਆ ਉਹਦੇ ਤੇ ਕਾਇਮ ਰਹਿ ਕੇ, ਕਿਉਂਕਿ ਤੁਹਾਡੇ ਤੇ ਕੋਈ ਦਾਗ ਨਹੀਂ, ਕਿਸੇ ਤਰ੍ਹਾਂ ਦਾ ਕੋਈ ਸਿਸਟਮ ਨਹੀਂ, ਤੁਹਾਨੂੰ ਕਿਸੇ ਚੀਜ਼ ਤੋਂ ਕੋਈ ਟੈਨਸ਼ਨ, ਕੋਈ ਹੋਰ ਇੱਦਾਂ ਦੀ ਪ੍ਰੋਬਲਮ ਉਹਨਾਂ ਨੂੰ ਆਉਂਦੀ ਜਿਹੜੇ ਆਪ ਮਾੜੇ ਹੈਗੇ ਆ ਜਾਂ ਆਪ ਦਾਗੀ ਆ। ਉਹਨਾਂ ਨੂੰ ਫਿਰ ਕਿਤੇ ਕਿਤੇ ਨਾ ਕਿਤੇ ਉਹ ਵੀ ਨਾਲ ਉਹ ਸ਼ਿਕੰਜੇ ਵਿੱਚ ਆ ਜਾਂਦੇ। ਇਸ ਕਰਕੇ ਤੁਸੀਂ ਬਹੁਤ ਸੋਹਣਾ ਮੈਸੇਜ ਦਿੱਤਾ। ਇਹ ਵੀ ਮੇਰਾ ਖਿਆਲ ਆ ਵੀ ਸੁਸਾਇਟੀ ਲਈ ਇੱਕ ਵਧੀਆ ਮੈਸੇਜ ਜਾਏਗਾ। ਇੱਦਾਂ ਦੇ ਆਫਿਸਰ ਵੀ ਹੈਗੇ ਜਿਹੜੇ ਸਿਸਟਮ ਦੇ ਨਾਲ ਲੜ ਸਕਦੇ ਹੈਗੇ ਆ ਔਰ ਖੁੱਲ੍ਹ ਕੇ ਲੜ ਸਕਦੇ ਹੈਗੇ ਆ। ਉਹ ਆਫਕੋਰਸ ਥੋੜ੍ਹੀ ਜਿਹੀ ਤਕਲੀਫ ਤਾਂ ਉਹਨਾਂ ਨੂੰ ਵੀ ਹੋਏਗੀ, ਪਰ ਇੱਕ ਇਹਦੇ ਲਈ ਵੀ ਇੱਕ ਬਹੁਤ ਵੱਡਾ ਗੁਰਦੇ ਦੀ, ਜਿਗਰੇ ਦੀ ਜ਼ਰੂਰਤ ਹੈਗੀ ਹੈ। ਤੁਸੀਂ ਸਾਡੇ ਨਾਲ ਜਾਣਕਾਰੀ ਦਿੱਤੀ, ਬਹੁਤ ਵਧੀਆ ਕੀਤਾ ਹੈਗਾ। ਇਹਨੂੰ ਕੰਟੀਨਿਊ ਕਰੋ। ਬਹੁਤ ਸਾਰੇ ਜਿਹੜੇ ਰਾਈਟ ਥਿੰਕਿੰਗ ਪੋਲੀਟੀਸ਼ੀਅਨ ਵੀ ਆ ਜਾਂ ਅੱਛੇ ਲੋਕੀ ਆ, ਉਹ ਵੀ ਤੁਹਾਡੇ ਨਾਲ ਜੁੜਨਗੇ ਇਸ ਪ੍ਰੋਗਰਾਮ ਤੋਂ ਬਾਅਦ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਵੈਰੀ ਮਚ। ਥੈਂਕ ਯੂ। ਥੈਂਕ ਯੂ।